ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਜਨਮ ਮਰਨ ਦੁਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ, ਰਬਦਾਸ ਭਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ, ਆਦ ਨਿਰੰਜਨ ਹੈ ਗੁਰੂ ਨਾਨਕ, ਤਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰੇ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ, ਤਾਰ ਕੇ ਮੂਰਤ ਹੈ ਜਗ ਆਇਓ, ਛਾਏ ਜਾਤੀ ਏਕਤਾ, ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਤੀ ਕੁਚੀਲਤਾ ਕਿਤਾਬਨ ਕੁਰਾਨ ਕੇ, ਪਾਪ ਹੀ ਪ੍ਰਪੱਕ ਜਾਤੇ, ਧਰਮ ਤਸਕ ਜਾਤੇ, ਬਰਨ ਗਰਕ ਜਾਤੇ, ਸਾਹਿਤ ਵਿਧਾਨ ਕੇ, ਦੇਵੀ ਦੇਵ ਤਿਉਰੇ, ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ, ਕਥਾ ਬੇਦਨ ਪੁਰਾਣ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜਾਉ ਪੈ ਕਰਨਾ ਨਿਧਾਨ ਕੇ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਾਰ ਅਨੁਰਾਗ, ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਬੰਧਨਾ, ਸਿਰ ਚਰਨਨ ਪਾਰ ਧਾਰ, ਏਕ ਓੰਕਾਰਾ ਸਤਿਗੁਰੂ, ਤਿਹ
ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਅਤ ਸ਼ਰਧਾ ਧਰ ਸਤਿਗੁਰ ਮਾਹੀ। ਕੇ ਤਿਕ ਦਿਨ ਮਹਿ ਆਇਓ ਪਾਹੀ। ਧੰਨ ਧੰਨ ਕਹਿ ਚਰਨੀ ਪਰਿਓ। ਪੁਨਹ ਪ੍ਰਸੰਗ ਸੁਨਾਵਨ ਕਰਿਓ। ਅਤ ਸ਼ਰਧਾ ਧਰ ਸਤਿਗੁਰ ਮਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋਏ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀਆਂ ਭਰਦਿਆਂ ਸਤਿਗੁਰੂ ਜੀ ਨੂੰ ਨਤਮਸਤਕ ਹੋਣ ਦਾ ਸਤਿਗੁਰੂ ਜੀ ਦੇ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬਿਰਤਾਂਤ ਦੀ ਜੀਵਨ ਕੌਤਕਾਂ ਦੀ ਪਿਆਰ ਭਰੇ ਬਿਰਧ ਭਰੇ ਚੋਜਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ ਧੰਨ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਬਿਰਤਾਂਤ ਮਹਾਕਵੀ ਕਵਿਰਾਜ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਨੂੰ ਸਰਵਣ ਕਰਵਾ ਰਹੇ ਹਨ। ਅੱਜ ਇਤਿਹਾਸਕ ਦਿਨ ਹੈ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਉਚਾਰਨ ਵਾਲੇ 16 ਰਾਗਾਂ ਦੇ ਵਿੱਚ 40 ਸ਼ਬਦ ਉਚਾਰਨ ਕਰਨ ਵਾਲੇ ਮਹਾਨ ਭਗਤ 15 ਭਗਤਾਂ ਦੇ ਵਿੱਚੋਂ ਭਗਤ ਸਾਹਿਬਾਨ ਭਗਤ ਬਾਬਾ ਰਵਿਦਾਸ ਸਾਹਿਬ ਜੀ ਦਾ ਅੱਜ ਆਗਮਨ ਪੁਰਬ ਜਨਮ ਦਿਹਾੜਾ ਹੈ। ਆਪ ਸਰਬੱਤਰ ਸਿੱਖ ਸੰਗਤਾਂ ਨੂੰ ਮਹਾਂਪੁਰਖ ਧੰਨ 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 ਬਾਬਾ ਰਵਿਦਾਸ ਸਾਹਿਬ ਜੀ ਦੇ ਭਗਤ ਰਵਿਦਾਸ ਸਾਹਿਬ ਜੀ ਦੇ ਆਗਮਨ ਪੁਰਬ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਐਸੇ ਮਹਾਨ ਭਗਤ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਮਾਣ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੇ ਘਰ ਅੰਦਰ ਵਡਿਆਈ ਪ੍ਰਾਪਤ ਹੋਈ। ਸਾਹਿਬਾਂ ਦੇ ਬਰਾਬਰ ਬੈਠਣ ਦਾ ਉਹਨਾਂ ਨੂੰ ਸੁਭਾਗ ਹਾਸਲ ਹੋਇਆ। ਬੜਾ ਪ੍ਰਸਿੱਧ ਨਗਰ ਹੈ ਕਾਂਸ਼ੀ ਬਨਾਰਸ।
ਉੱਥੋਂ ਦੇ ਰਹਿਣ ਵਾਲੇ ਬਾਬਾ ਰਾਮੂ ਜੀ, ਜਿਸ ਦਾ ਨਾਮ ਬਾਬਾ ਸੰਤੋਖਾ ਜੀ ਕਰਕੇ ਵੀ ਪ੍ਰਸਿੱਧ ਹੈ, ਉਹਨਾਂ ਦੀ ਧਰਮ ਸੁਪਤਨੀ ਬੀਬੀ ਤੁਰਬਨੀਆਂ ਜੀ, ਜਿਸ ਨੂੰ ਦਿਆਰੀ ਜੀ ਵੀ ਕਿਹਾ ਜਾਂਦਾ ਸੀ, ਉਸ ਦੀ ਪਾਵਨ ਕੁੱਖ ਤੋਂ ਈਸਵੀ ਸੰਨ 1378 ਦੇ ਅੰਦਰ ਉਸ ਮਹਾਨ ਆਤਮਾ ਨੇ ਕਾਸ਼ੀ ਦੇ ਅੰਦਰ ਅਵਤਰਨ ਧਾਰਨ ਕੀਤਾ ਹੈ। ਉਸ ਸਮੇਂ ਦੇ ਮਹਾਨ ਭਗਤ ਬ੍ਰਹਮ ਗਿਆਨੀ ਤਤ ਬੇਤੇ, ਜਿਨ੍ਹਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਸ਼ਬਦ ਵਰਤ ਕਰਕੇ ਵਡਿਆਈ ਕੀਤੀ ਹੈ, ਬਾਬਾ ਰਾਮਾਨੰਦ ਜੀ, ਜਿਨ੍ਹਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਉਸ ਮਹਾਨ ਭਗਤ ਬਾਬਾ ਰਾਮਾਨੰਦ ਜੀ ਨੂੰ ਆਪਣਾ ਮੁਰਸ਼ਿਦ, ਆਪਣਾ ਗੁਰੂ ਤਸਲੀਮ ਕਰਕੇ ਧਾਰਨ ਕਰਕੇ ਅਕਾਲ ਪੁਰਖ ਜੀ ਦਾ ਨਾਮ ਜਪ ਸਿਮਰਨ ਕਰਦਿਆਂ ਹੋਇਆਂ ਉੱਚ ਆਤਮਿਕ ਅਵਸਥਾ ਪ੍ਰਾਪਤ ਕੀਤੀ। ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦਤਾ ਪ੍ਰਾਪਤ ਕਰਕੇ ਬੇਅੰਤ ਭੁੱਲੀਆਂ ਭਟਕੀਆਂ ਆਤਮਾ ਨੂੰ, ਜੀਵਾਂ ਨੂੰ ਸਮੱਤ ਬਖਸ਼ਿਸ਼ ਕਰਦਿਆਂ ਹੋਇਆਂ ਪਰਮਾਰਥ ਦੇ ਗੁਰਮਤਿ ਗਾਡੀ ਰਾਹ ਦੇ ਧਾਰਨੀ ਬਣਵਾਇਆ। ਜਿਸ ਸਮੇਂ ਉਹਨਾਂ ਮਹਾਂਪੁਰਖਾਂ ਦਾ ਆਗਮਨ ਹੋਇਆ, ਹਿੰਦੁਸਤਾਨ ਦੀ ਦਸ਼ਾ ਬੜੀ ਨਿਗਰੀ ਹੋਈ ਸੀ। ਉਸ ਸਮੇਂ ਨੂੰ ਇਤਿਹਾਸ ਵਿੱਚ ਆਖਿਆ ਜਾਂਦਾ ਭਗਤੀ ਲਹਿਰ। ਇਤਿਹਾਸ ਦੇ ਜਿਹੜੇ ਵਿਦਿਆਰਥੀ ਹਨ ਜਾਣਦੇ ਹਨ ਕਿ ਉਸ ਸਮਾਂ ਭਗਤੀ ਲਹਿਰ ਦਾ ਹੈ। ਬਾਬਾ ਰਾਮਾਨੰਦ ਜੀ ਦੇ ਚਰਨਾਂ ਤੋਂ ਵਰਸਾਏ ਹੋਏ 4 ਭਗਤ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਬਾਬਾ ਕਬੀਰ ਸਾਹਿਬ ਜੀ ਵੀ ਇਸੇ ਤਰ੍ਹਾਂ ਹੀ, ਬਾਬਾ ਰਵਿਦਾਸ ਸਾਹਿਬ ਜੀ, ਬਾਬਾ ਸੈਨ ਜੀ ਭਗਤ, ਬਾਬਾ ਧੰਨਾ ਜੀ। ਸੋ ਐਸੀਆਂ ਮਹਾਨ ਆਤਮਾਵਾਂ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਮਨੁੱਖਤਾ ਦੀ, ਮਾਨਵਤਾ ਦੀ ਨਿਗਰਦੀ ਜਾ ਰਹੀ ਹਾਲਤ ਨੂੰ ਤੱਕ ਕਰਕੇ ਉਸ 'ਤੇ ਤਰਸ ਕਰਦਿਆਂ ਪ੍ਰਭੂ ਪਰਮਾਤਮਾ ਦਾ ਨਾਮ ਜਪਾ ਕਰਕੇ ਜੀਵਾਂ ਦੇ ਮਨਾਂ ਨੂੰ ਲੱਗੀ ਹੋਈ ਜਨਮਾਂ ਜਨਮਾਤਰਾਂ ਦੀ ਮੈਲ ਨੂੰ ਦੂਰ ਕੀਤਾ। ਆਪਣੇ ਸਮੇਂ ਦੇ ਅੰਦਰ ਉਹਨਾਂ ਨੇ ਇੱਕ ਬਹੁਤ ਭਾਰੀ ਕ੍ਰਾਂਤੀਕਾਰੀ ਲਿਆਂਦੀ ਸੁਚੇਤ ਆਈ ਜੀਵਾਂ ਦੇ ਅੰਦਰ ਪੈਦਾ ਕੀਤੀ। ਦੱਬੇ ਕੁਚਲੇ ਹੋਏ ਲੋਕ ਜੋ ਬ੍ਰਾਹਮਣ ਦੇ ਵੱਲੋਂ ਲਤਾੜੇ ਹੋਏ ਸਨ, ਕਿਉਂਕਿ ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦਾ ਹੈ। ਉਹਨੇ ਆਪਣੀ ਉੱਤਮਤਾਈ ਦਾ, ਸਰਵੋਤਮਤਾ ਦਾ ਜੂਲਾ ਜਿਹੜਾ ਸੀ ਲੋਕਾਂ ਦੇ ਮੋਢਿਆਂ 'ਤੇ ਰੱਖਿਆ ਸੀ, ਆਪ ਸਭ ਤੋਂ ਵੱਡਾ ਬਣਦਾ ਸੀ। ਇਸੇ ਵਾਸਤੇ ਭਗਤ ਬਾਬਾ ਰਵਿਦਾਸ ਸਾਹਿਬ ਜੀ ਦਾ ਜੀਵਨ ਪੜ੍ਹੀਏ ਤੇ ਕੋਈ ਇਤਿਹਾਸਕਾਰ ਨਹੀਂ ਜਿਹਨੇ ਨਾਂ ਲਿਖਿਆ ਹੋਵੇ ਕਿ ਕਿਵੇਂ ਬ੍ਰਾਹਮਣ ਲੋਕਾਂ ਵੱਲੋਂ, ਪੰਡਤਾਂ ਵੱਲੋਂ ਉਹਨਾਂ ਦੀ ਮੁਖਾਲਫਤ ਕੀਤੀ ਗਈ, ਨਿੰਦਾ ਕੀਤੀ ਗਈ, ਸਮੇਂ ਦੀਆਂ ਸਰਕਾਰਾਂ ਦੇ ਕੋਲੋਂ ਉਹਨਾਂ ਦੀਆਂ ਸ਼ਿਕਾਇਤਾਂ ਲਾਈਆਂ ਗਈਆਂ। ਪਰ ਜਿਹਦੀ ਪੱਤ ਰੱਖਣ ਵਾਲਾ ਤਰਲੋਕੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੋਵੇ, ਉਹਦੀ ਕੋਈ ਵੀ ਹੇਠੀ ਨਹੀਂ ਕਰ ਸਕਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਹਨ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖਿਕ ਗਾਏ, ਪਤਤ ਜਾਤ ਉੱਤਮ ਭਇਆ, 4 ਵਰਨ ਪਏ ਭਗਿਆ। ਸਹਿਬ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ 4 ਵਰਨਾਂ ਦੇ ਲੋਕ ਆ ਕੇ ਉਹਨਾਂ ਮਹਾਂਪੁਰਖਾਂ ਦੇ ਚਰਨੀ ਡਿੱਗ ਪਏ। ਆਪ ਉਹਨਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੇ ਰਾਮ ਗੋਬਿੰਦ ਗੁਣਸਾਰ। ਮੇਰੀ ਜਾਤ ਭਾਵੇਂ ਚਮਿਆਰ ਹੈ, ਜਿਹਨੂੰ ਲੋਕ ਨੀਚ ਸਮਝਦੇ ਹਨ, ਸ਼ੂਦਰ ਆਖਦੇ ਨੇ, ਪਰ ਮੇਰੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸ ਗਿਆ। ਮੈਂ ਪਰਮੇਸ਼ਰ ਦੇ ਗੁਣਾਂ ਨੂੰ ਗਾ ਕਰਕੇ ਉੱਤਮ ਹੋ ਗਿਆ ਹਾਂ। ਉਹਨਾਂ ਨੇ 2-3 ਪਾਵਨ ਇਸ ਸ਼ਬਦ ਵਿੱਚ ਉਦਾਹਰਨਾਂ ਦਿੱਤੀਆਂ ਨੇ। ਸੁਰਸਰੀ ਕ੍ਰਿਤ ਬਾਰਨੀ ਰੇ, ਸੰਤ ਜਨ ਕਰਤਨੀ ਪਾਨੰ, ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨ। ਇਹ ਉਦਾਹਰਨ ਦਿੱਤੀ ਹੈ ਰੱਬ ਦੇ ਪਿਆਰਿਆਂ ਵਾਸਤੇ ਕਿ ਜਿਹੜੀ ਸ਼ਰਾਬ ਹੈ ਇਹ ਅਪਵਿੱਤਰ ਹੈ ਤੇ ਰੱਬ ਦੇ ਪਿਆਰੇ ਕਦੀ ਵੀ ਇਹਦਾ ਸੇਵਨ ਨਹੀਂ ਕਰਦੇ। ਸੁਰਾ ਅਪਵਿੱਤਰ, ਬੜੀ ਅਪਵਿੱਤਰ ਹੈ। ਪਰਮਾਤਮਾ ਦਾ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਨੂੰ ਸੇਵਨ ਕਰਨਾ ਤਾਂ ਦੂਰ, ਛੂੰਹਦੇ ਤੱਕ ਵੀ ਨਹੀਂ ਹਨ। ਤੇ ਫਿਰ ਮਾਲਕ ਦੀ ਤੇ ਭਗਤਾਂ ਦੀ ਭੇਦਤਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਦੱਸਿਆ ਹੈ। ਸੁਰਾ ਅਪਵਿੱਤਰ ਨਤ ਅਵਰ ਜਲ ਲੈ, ਸੁਰਸਰੀ ਮਿਲਤ ਨ ਹੋਏ ਆਨ।
ਜਦੋਂ ਗੰਗਾ ਵਿੱਚ ਗੰਦੇ ਨਾਲਿਆਂ ਦਾ ਪਾਣੀ ਪੈ ਜਾਏ, ਸ਼ਰਾਬ ਵੀ ਪੈ ਜਾਏ, ਤੇ ਉਹ ਗੰਗਾ ਦੇ ਵਿੱਚ ਹੀ ਮਿਲ ਜਾਂਦੀ, ਗੰਗਾ ਦਾ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਨੀਚ ਜਾਤ ਹਰ ਜਪਤਿਆਂ ਉੱਤੋਂ ਪਦਵੀ ਪਾਏ ਦੇ ਉੱਚੇ ਮੁਰਾਦਬੇ ਨੂੰ ਨੀਵੀਂ ਜਾਤ ਵਿੱਚ, ਨੀਵੀਂ ਕੁਲ ਵਿੱਚ ਪੈਦਾ ਹੋ ਕਰਕੇ ਵੀ ਰੱਬ ਦੇ ਪਿਆਰੇ ਪ੍ਰਮਾਤਮਾ ਦੇ ਦਰ ਘਰ ਦੇ ਵਿੱਚੋਂ ਵੱਡੀ ਵਡਿਆਈ, ਵੱਡੀ ਪਦਵੀ ਹਾਸਲ ਕਰ ਲੈਂਦੇ ਹਨ। ਅਗਲੀ ਉਦਾਹਰਨ ਦਿੱਤੀ ਹੈ, ਤਰ ਤਾਰ ਅਪਵਿੱਤਰ ਕਰ ਮਾਨੀਆਂ ਰਹਿ ਜੈਸੇ ਕਾਗਰਾ ਕਰਤ ਵਿਚਾਰ। ਤਰ ਹੁੰਦਾ ਰੁੱਖ, ਤਾੜ ਹੁੰਦਾ ਤਾੜੀ ਦਾ ਦਰਖਤ, ਜਿਸ 'ਚੋਂ ਨਸ਼ਾ ਨਿਕਲਦਾ ਹੈ। ਬੜਾ ਪਵਿੱਤਰ ਕਰਕੇ ਸਨਾਤਨ ਮੱਤ ਵਿੱਚ ਉਸ ਦਰਖਤ ਨੂੰ ਮੰਨਿਆ ਜਾਂਦਾ ਜਿਸ ਦਰਖਤ ਵਿੱਚੋਂ ਨਸ਼ਾ ਪੈਦਾ ਹੁੰਦਾ। ਜੈਸੇ ਕਾਗਰਾ ਕਰਤ ਵਿਚਾਰਨ, ਉਹਦਾ ਕਾਗਜ਼ ਤਿਆਰ ਹੋ ਜਾਵੇ ਤੇ ਲੋਕ ਉਹਨੂੰ ਵੀ ਕਹਿੰਦੇ ਸਨ ਜੀ ਇਹ ਕਾਗਜ਼ ਅਪਵਿੱਤਰ ਹੈ। ਪਰ ਉਹਨਾਂ ਮਹਾਂਪੁਰਖਾਂ ਦੱਸਿਆ, ਭਗਤ ਭਾਗਉਤ ਲਿਖੀਏ ਤੇ ਉਪਰੈ ਪੂਜੀਏ ਕਰ ਨਮਸਕਾਰਨ। ਉਸ ਕਾਗਜ਼ ਦੇ ਉੱਪਰ ਵਾਹਿਗੁਰੂ ਜੀ ਦੀ ਭਗਤੀ ਲਿਖ ਦਿੱਤੀ ਜਾਏ, ਸਿਮਰਨ ਲਿਖ ਦਿੱਤਾ ਜਾਏ, ਬਾਣੀ ਲਿਖ ਦਿੱਤੀ ਜਾਏ, ਉਸ ਕਾਗਜ਼ ਨੂੰ ਨਮਸਕਾਰਾਂ ਹੁੰਦੀਆਂ ਨੇ। ਇਸੇ ਤਰ੍ਹਾਂ ਨੀਵੀਂ ਕੁਲ ਵਿੱਚ ਪੈਦਾ ਹੋ ਕਰਕੇ ਰੱਬ ਦਾ ਪਿਆਰਾ ਵੀ ਜਦੋਂ ਹਿਰਦੇ ਵਿੱਚ ਨਾਮ ਵਸ ਜਾਏ, ਉਸ ਨੂੰ ਵੀ ਨਮਸਕਾਰਾਂ ਹੁੰਦੀਆਂ। ਮੇਰੀ ਜਾਤ ਕੁੱਟ ਬਾਢਲਾ, ਨਿਤੇ ਬਨਾਰਸੀ ਆਸ ਪਾਸਾ। ਮੇਰੀ ਜਿਹੜੀ ਜਾਤ ਹੈ ਨਾ ਚਮਿਆਰ, ਉਹਦੇ ਲੋਕ ਅਜੇ ਵੀ ਆਸੇ ਪਾਸੇ ਜਿਹੜੇ ਨੇ ਉਹ ਚੰਮ ਕੁੱਟਦੇ, ਚੰਮ ਲਾਉਣਾ, ਕੁੱਟਣਾ, ਸਿਖਾਉਣਾ। ਬਾਬਾ ਰਾਮੂ ਜੀ ਵੀ ਇਸ ਕੰਮ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਵਪਾਰ ਸੀ, ਮਹਿਰ ਸਾਂਝੇ ਕੰਮ ਕਰਨ ਵਿੱਚ। ਸੋ ਭਗਤ ਜੀ ਲਿਖਦੇ ਹਨ ਕਿ ਵੇਖੋ, ਮੇਰੀ ਜਾਤ ਕੁੱਟ ਬਾਂਡਲਾ, ਨਿਤੇ ਬਨਾਰਸੀ ਆਸ ਪਾਸਾ। ਮੇਰੀ ਜਾਤ ਦੇ ਹੋਰ ਵੀ ਲੋਕ ਹੈਗੇ, ਅਜੇ ਵੀ ਉਹ ਇਹੀ ਕੰਮ ਕਰਦੇ ਨੇ। ਪਰ ਅਬ ਵਿਪਰ ਪ੍ਰਧਾਨ ਤੇ ਕਰੇ ਡਡੌਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਮੈਂ ਰਵਿਦਾਸ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ। ਕਾਸ਼ੀ ਦਾ ਵੱਡਾ ਮੁਖੀਆ ਬ੍ਰਹਮ ਮੈਨੂੰ ਨਮਸਕਾਰਾਂ ਕਰਦਾ ਹੈ, ਮੱਥਾ ਟੇਕਦਾ ਹੈ। ਸਤ ਸੰਗਤ ਦੀ ਮਹਾਨਤਾ ਉਹਨਾਂ ਬੜੀ ਦਰਸਾਈ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁ ਮੁਖੀਰਾ। ਜਿਵੇਂ ਮਧੂ ਮੱਖੀਆਂ, ਸ਼ਹਿਦ ਦੀਆਂ ਮੱਖੀਆਂ ਛੱਤੇ ਵਿੱਚ ਮਿਲ ਕੇ ਰਹਿੰਦੀਆਂ, ਕਦੀ ਕਿਸੇ ਨੂੰ ਨਾ ਲੜਦੀਆਂ ਨਹੀਂ ਵੇਖਿਆ, ਡਾਂਗ ਸੋਟਾ ਨਹੀਂ ਚੱਲਦਾ ਵੇਖਿਆ। ਸਤ ਸੰਗਤ ਵਿੱਚ ਵੀ ਇਸੇ ਤਰ੍ਹਾਂ ਭਾਈ ਪ੍ਰੇਮ, ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਮਿਲ ਕਰਕੇ ਰਹਿਣਾ ਚਾਹੀਦਾ। ਸਤ ਸੰਗਤ ਵਿੱਚ ਜਾ ਕੇ ਤਰਕ ਤੇ ਕੁਤਰਕ ਨਹੀਂ ਕਰਨੀ ਚਾਹੀਦੀ, ਸਗੋਂ ਆਤਮਾ ਦੀ ਖੋਜ ਕਰਨੀ ਚਾਹੀਦੀ ਹੈ। ਸੰਸਾਰ ਦੀ ਨਾਸ਼ਮਾਨਤਾ ਵੀ ਉਹਨਾਂ ਦਰਸਾਈ। ਪ੍ਰਾਨੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਸੋ ਸੰਸਾਰ ਦੀ ਹਰ ਵਸਤੂ ਚਲਾਏ ਮਾਨ ਇਸ ਦੀਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਭਗਤ ਮਾਲ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ, ਸਾਖੀਆਂ ਉਹਨਾਂ ਦੇ ਜੀਵਨ ਵਿੱਚ ਲਿਖੀਆਂ ਹਨ। ਸਵੇਰ ਦੇ ਦੀਵਾਨ ਵਿੱਚ ਉਹਨਾਂ ਵਿੱਚੋਂ ਕੁਝ ਘਟਨਾਵਾਂ ਦਾ ਵਰਣਨ ਕੀਤਾ ਸੀ। ਸੋ ਐਸੇ ਮਹਾਨ ਮਹਾਂਪੁਰਖ ਭਗਤ ਬਾਬਾ ਰਵਿਦਾਸ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬੜੀ ਭਾਰੀ ਕ੍ਰਾਂਤੀ ਲਿਆਂਦੀ ਹੀ ਨਹੀਂ, ਸਗੋਂ ਕ੍ਰਾਂਤੀ ਲਿਆਉਣ 'ਚ ਸਫਲ ਹੋਏ। ਵੱਡੇ ਵੱਡੇ ਦੁਸ਼ਟ ਲੋਕ ਵੀ ਉਹਨਾਂ ਦੀ ਸੰਗਤ ਕਰਕੇ ਸੁਧਰ ਗਏ। ਚਿਤੌੜਗੜ੍ਹ ਦੇ ਰਾਜੇ ਦੀ ਰਾਣੀ ਝਾਲਾਂ ਬਾਈ, ਇਸੇ ਤਰ੍ਹਾਂ ਹੀ ਮੀਰਾਂ ਬਾਈ ਵਰਗੀਆਂ ਉੱਚ ਸ਼੍ਰੇਣੀ ਦੀਆਂ, ਉੱਚ ਘਰਾਣੇ ਦੀਆਂ ਔਰਤਾਂ ਬਾਬਾ ਰਵਿਦਾਸ ਸਾਹਿਬ ਜੀ ਦੇ ਚਰਨੀ ਲੱਗ ਕਰਕੇ ਨਾਮ ਸਿਮਰਨ ਵਿੱਚ ਲੀਨ ਹੋਈਆਂ। ਮਹਾਂਪੁਰਖਾਂ ਨੂੰ ਆਪਣਾ ਗੁਰੂ ਤਸਲੀਮ ਕੀਤਾ, ਆਪਣਾ ਗੁਰੂ ਧਾਰਨ ਕੀਤਾ। ਐਸੇ ਮਹਾਨ ਮਹਾਂਪੁਰਖ, ਅਕਾਲ ਪੁਰਖ ਵਿੱਚ ਅਭੇਦ ਹੋ ਚੁੱਕੇ ਮਹਾਂਪੁਰਖ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੇ ਸਾਜੇ ਨਵਾਜੇ ਗੁਰਮੁਖ ਭਗਤ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਲਗਭਗ 10 ਸਾਲ ਪਹਿਲਾਂ ਹੀ ਬਾਬਾ ਰਵਿਦਾਸ ਸਾਹਿਬ ਜੀ ਨੇ ਜੋਤੀ ਜੋ ਸਮਾਉਣਾ ਕਾਲ ਚਲਾਣਾ ਕੀਤਾ ਹੈ। 151 ਸਾਲ ਦੀ ਉਹਨਾਂ ਦੀ ਉਮਰ ਹੈ। ਸੰਨ 1378 ਤੋਂ ਲੈ ਕੇ 1529 ਤੱਕ। ਸੋ ਬੜਾ ਲੰਮਾ ਵਕਫਾ, ਲੰਮਾ ਸਮਾਂ ਅਕਾਲ ਪੁਰਖ ਨੇ ਉਹਨਾਂ ਨੂੰ ਸਰੀਰਕ ਯਾਤਰਾ ਕਰਨ ਦਾ ਇਸ ਸੰਸਾਰ 'ਚ ਸਮਾਂ ਦਿੱਤਾ, ਜਿਸ ਦੁਆਰਾ ਉਹਨਾਂ ਨੇ ਸਾਰਾ ਸਮਾਂ ਹੀ ਆਪਣੇ ਧਰਮ ਦੀ ਕਿਰਤ ਕਰਦਿਆਂ ਹੋਇਆਂ, ਨਾਮ ਸਿਮਰਦਿਆਂ ਹੋਇਆਂ, ਬੇਅੰਤ ਜੀਵਾਂ ਨੂੰ ਨਾਮ ਦਾ ਦਾਨ ਦੇ ਕਰਕੇ ਉਹਨਾਂ ਦਾ ਸੰਸਾਰ ਸਾਗਰ ਭਵਜੋ ਤੋਂ ਪਾਰ ਉਤਾਰਾ ਕੀਤਾ। ਐਸੇ ਮਹਾਨ ਗੁਰਮੁਖ ਪਿਆਰੇ ਭਗਤ ਬਾਬਾ ਰਵਿਦਾਸ ਸਾਹਿਬ ਜੀ ਗੁਰੂ ਘਰਾਂ ਦੇ ਅੰਦਰ ਅੱਜ ਉਹਨਾਂ ਮਹਾਂਪੁਰਖਾਂ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ।
ਜਿਨ੍ਹਾਂ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਅੱਜ ਵੀ ਉਹਨਾਂ ਦੀ ਪਾਵਨ ਬਾਣੀ ਸਾਡੀ ਕਲਿਆਣ ਕਰਨ ਵਾਲੀ ਹੈ। ਸੋ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਪਾਵਨ ਲੜੀਵਾਰ ਇਤਿਹਾਸ ਚੱਲ ਰਿਹਾ ਹੈ, ਗੁਰੂ ਸਾਹਿਬ ਆਪਣੇ ਬਿਰਧ ਦੀ ਪੈਜ ਕਿਵੇਂ ਰੱਖਦੇ ਨੇ, ਉਹ ਭਾਈ ਸਾਹਿਬ ਜੀ ਨੇ 2 ਘਟਨਾਵਾਂ ਇਸ ਪ੍ਰਸੰਗ ਵਿੱਚ ਵਰਣਨ ਕੀਤੀਆਂ ਨੇ। ਅਫਗਾਨਿਸਤਾਨ ਦਾ ਉਹ ਬਾਜ਼ਾਰ ਜਿਹਨੂੰ ਗਜਨੀ ਦਾ ਬਾਜ਼ਾਰ ਕਹਿੰਦੇ, ਮਹਿਮੂਦ ਗਜਵਨੀ ਹੋਇਆ ਇੱਕ, ਉਹਨੇ 17 ਹਮਲੇ ਕੀਤੇ ਲਿਖਿਆ ਇਤਿਹਾਸ ਵਿੱਚ ਹਿੰਦੁਸਤਾਨ ਦੇ ਉੱਪਰ। ਗਜਨੀ ਦੇ ਬਾਜ਼ਾਰ ਦੇ ਵਿੱਚ ਹਿੰਦੁਸਤਾਨ ਦੀ ਜਤਾਬਰੂ ਰੁਲਦੀ ਸੀ। ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਨੇ ਉਹ ਦਰਾ ਖੈਬਰ ਦਾ ਰਾਹ ਹੀ ਬੰਦ ਕਰ ਦਿੱਤਾ, ਜਿਹੜੇ ਦੁਸ਼ਟ ਉਸ ਰਾਹ ਥਾਣੀ ਲੰਘ ਕੇ ਆਉਂਦੇ ਸਨ। ਉਸ ਗਜਨੀ ਦੇ ਹਾਕਮ ਦੇ ਪਾਸ ਇੱਕ ਗੁਰਸਿੱਖ ਨੌਕਰੀ ਕਰਦਾ ਹੈ ਸੁਰੱਖਿਆ ਦਸਤੇ ਦੇ ਵਿੱਚ, ਜਿਸ ਦਾ ਨਾਮ ਹੈ ਭਾਈ ਤਲੋਕਾ ਜੀ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਉਪਦੇਸ਼ ਬਖਸ਼ੋ, ਜੀਵਨ ਸਫਲ ਹੋਏ। ਸਭਾ ਕਿਹਾ, ਭਾਈ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਉੱਠਦਿਆਂ ਬੈਠਦਿਆਂ ਨਾਮ ਸਿਮਰਨ ਦੀ ਕਾਰ ਕਰਿਆ ਕਰ, ਜੀ ਦਇਆ ਕਰਨੀ, ਜੀਵ ਘਾਤ ਨਹੀਂ ਕਰਨਾ। ਭਾਈ ਸਾਹਿਬ ਉਪਦੇਸ਼ ਲੈ ਕਰਕੇ ਆਪਣੇ ਦੇਸ਼ ਚਲਿਆ ਗਿਆ, ਉਪਦੇਸ਼ ਕਮਾਉਣ ਲੱਗਾ। ਅਚਾਨਕ ਇੱਕ ਦਿਨ ਭਾਈ ਸਾਹਿਬ ਜੀ ਦੇ ਹੱਥੋਂ ਇੱਕ ਹਿਰਨੀ ਮਾਰੀ ਗਈ, ਜਿਸ ਦੇ ਪੇਟ 'ਚ 2 ਬੱਚੇ ਸਨ, ਉਹ ਵੀ ਤੜਫ ਕੇ ਮਰ ਗਏ। ਮਨ 'ਚ ਬੜਾ ਵਿਰਾਗ ਪੈਦਾ ਹੋਇਆ, ਨਾਲ ਮਨ ਨੂੰ ਸੱਟ ਵੱਜੀ ਕਿ ਗੁਰੂ ਸਾਹਿਬ ਨੇ ਕਿਹਾ ਸੀ ਜੀਵ ਘਾਤ ਨਹੀਂ ਕਰਨਾ, ਜੀਵਾਂ ਤੇ ਦਇਆ ਕਰਨੀ, ਮੇਰੇ ਕੋਲੋਂ ਬਹੁਤ ਵੱਡਾ ਗੁਨਾਹ ਹੋਇਆ, ਪਾਪ ਹੋਇਆ। ਮਨ ਹੀ ਮਨ ਪਛਤਾਵਾ ਕਰਦਿਆਂ ਸਾਹਿਬਾਂ ਤੋਂ ਮਾਫੀ ਮੰਗ ਕਰਕੇ ਉਸਨੇ ਸੋਚਿਆ ਕਿ ਜੇਕਰ ਮੇਰੇ ਮਿਆਨ ਦੇ ਵਿੱਚ ਫੌਲਾਦ ਦੀ ਤਲਵਾਰ ਰਵੇ ਕਿ ਹੋ ਸਕਦਾ ਅੱਗੇ ਵਾਸਤੇ ਵੀ ਕੋਈ ਪਾਪ ਹੋ ਜੇ, ਇਸ ਵਾਸਤੇ ਚੰਗਾ ਕਿ ਤਲਵਾਰ ਹਟਾ ਕੇ ਲੱਕੜ ਦੀ ਪਾ ਲਈ ਜਾਏ। ਤੇ ਭਾਈ ਤਲੋਕਾ ਜੀ ਨੇ ਫੌਲਾਦ ਦੀ ਸ੍ਰੀ ਸਾਹਿਬ ਤਲਵਾਰ ਦੀ ਥਾਂ ਤੇ ਲੱਕੜ ਦੀ ਤਲਵਾਰ ਉਸ ਸ਼ਕਲ ਦੀ ਬਣਵਾ ਕਰਕੇ ਉੱਪਰ ਲੋਹੇ ਦਾ ਮੁੱਠਾ ਜੜ ਕਰਕੇ ਤੇ ਮਿਆਨ ਵਿੱਚ ਪਾ ਲਈ ਹੈ। ਕਿਸੇ ਚੁਗਲ ਨਿੰਦਕ ਨੇ ਭਾਈ ਸਾਹਿਬ ਦੀ ਸ਼ਿਕਾਇਤ ਗਜਨੀ ਦੇ ਹਾਕਮ ਕੋਲ ਲਾ ਦਿੱਤੀ, ਜੀ ਵੇਖੋ ਤੁਹਾਡੇ ਸੁਰੱਖਿਆ ਦਸਤੇ ਵਿੱਚ ਇਹ ਤਨਖਾਹ ਲੈਂਦਾ ਹੈ, ਤੁਹਾਡੇ ਨਾਲ ਧੋਖਾ ਕਰਦਾ, ਕਿਤੇ ਦੌੜ ਪੈ ਗਈ ਤੇ ਇਹਨੇ ਤੁਹਾਡੀ ਰੱਖਿਆ ਕਿੱਥੋਂ ਕਰਨੀ। ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਉਹ ਗੱਲਾਂ ਬਾਤਾਂ ਬੜੀਆਂ ਬਣਾ ਲੈਂਦੇ, ਜਿਉਂ ਨਗੁਰਾ ਬਹੁ ਬਾਤਾਂ ਜਾਣੇ ਹਰ ਦਰਗੇ ਹੈ ਭ੍ਰਸ਼ਟੀ। ਨਗੁਰੇ ਲੋਕਾਂ ਨੂੰ ਗੱਲਬਾਤ ਰਾਸਤਾ ਭਾਵੇਂ ਵਿੱਚ ਕੋਈ ਨਾ ਹੋਵੇ, ਚੰਗੀ ਗੱਲ ਨਾ ਕੋਈ ਹੋਵੇ, ਪਰ ਗੱਲਾਂ ਆਉਂਦੀਆਂ ਬਹੁਤ ਹਨ। ਸੁਵਿਧਾ ਚੜਾ ਕੇ ਗੱਲਾਂ ਕਹੀਆਂ, ਜੀ ਜੇਕਰ ਨਾ ਉਹ ਤਲਵਾਰ ਲੱਕੜ ਦੀ ਹੋਈ ਮੈਨੂੰ ਜੋ ਮਰਜ਼ੀ ਸਜ਼ਾ ਦਿਓ, ਇਹ ਵੀ ਕਹਿ ਦਿੱਤਾ ਉਸਨੇ। ਸੋ ਹਾਕਮ ਬੜਾ ਸਤਿਕਾਰ ਕਰਦਾ ਸੀ ਭਾਈ ਸਾਹਿਬ ਜੀ ਦਾ, ਕਿਉਂਕਿ ਭਾਈ ਸਾਹਿਬ ਜੀ ਬੜੇ ਇਮਾਨਦਾਰ ਸਨ, ਬਹਾਦਰ ਸਨ, ਯੋਧੇ ਸਨ, ਕਦੀ ਬੇਵਫਾਈ ਕਰਨ ਵਾਲੇ ਨਹੀਂ ਸਨ। ਇਸ ਵਾਸਤੇ ਉਸਨੇ ਸਿੱਧਾ ਤਾਂ ਨਾ ਪੁੱਛਿਆ, ਨਾ ਚੈੱਕ ਕੀਤੀ ਉਸ ਦੀ ਤਲਵਾਰ। ਉਸਨੇ ਢੰਗ ਰਚਾਇਆ, ਸਭਾ ਦੇ ਵਿੱਚ ਸਾਰਿਆਂ ਨੂੰ ਸਿਪਾਹੀਆਂ ਨੂੰ ਸੱਦਿਆ ਤੇ ਪਹਿਲਾਂ ਆਪਣੀ ਤਲਵਾਰ ਕੱਢ ਕੇ ਵਿਖਾਈ, ਫਿਰ ਦੂਜੇ ਨੂੰ ਕਿਹਾ, ਫਿਰ ਤੀਜੇ ਨੂੰ। ਭਾਈ ਸਾਹਿਬ ਨੇ ਸੋਚਿਆ ਵਾਰੀ ਮੇਰੀ ਵੀ ਆਉਣੀ ਹੈ। ਤੇ ਇਸ ਤਰ੍ਹਾਂ ਜਦੋਂ ਪੜਦਾ ਜ਼ਾਹਰ ਹੋਇਆ ਤੇ ਫਿਰ ਗੁਰੂ ਕੀ ਸਿੱਖੀ ਨੂੰ ਵੀ ਲਾਜ ਲੱਗੇਗੀ, ਕਹਿਣਗੇ ਕਿ ਸਿੱਖ ਹੋ ਕਰਕੇ ਇਸ ਤਰ੍ਹਾਂ ਇਹ ਧੋਖਾ ਕਰ ਰਿਹਾ ਸੀ, ਤਨਖਾਹ ਲੈਂਦਾ ਸੀ, ਤੇ ਮਾਲਕ ਨੂੰ ਲੋੜ ਪੈ ਜਾਂਦੀ ਤੇ ਇਹਨੇ ਕਿੱਥੋਂ ਮਦਦ ਕਰਨੀ ਸੀ। ਉਸ ਸਮੇਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰਿਆ, ਮਹਾਰਾਜ ਕਿਰਪਾ ਕਰੋ, ਮੇਰੀ ਲਾਜ ਰੱਖੋ, ਮੇਰੀ ਸਹਾਇਤਾ ਕਰੋ, ਮੈਂ ਤਾਂ ਤੁਹਾਡਾ ਬਚਨ ਕਮਾਇਆ ਹੈ, ਮੈਂ ਇਸ ਵਾਸਤੇ ਐਸਾ ਕੀਤਾ ਹੈ, ਤੁਸੀਂ ਹੁਣ ਕਿਰਪਾ ਕਰੋ, ਆਪਣੇ ਦਾਸ ਦੀ ਲਾਜ ਰੱਖੋ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਜਦੋਂ ਹੀ ਭਾਈ ਸਾਹਿਬ ਦੀ ਵਾਰੀ ਆਈ ਤੇ ਹਾਕਮ ਨੇ ਆਖਿਆ ਆਪਣੀ ਤਲਵਾਰ ਕੱਢੋ ਮਿਆਨ ਵਿੱਚੋਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਹੈ ਕਿ ਜਦੋਂ ਇਹ ਗੱਲ ਕਹੀ ਤੇ ਭਾਈ ਸਾਹਿਬ ਜੀ ਨੇ ਆਪਣੇ ਮਿਆਨ ਦੇ ਵਿੱਚੋਂ ਜਦੋਂ ਹੀ ਉਹ ਸ੍ਰੀ ਸਾਹਿਬ ਤਲਵਾਰ ਖਿੱਚੀ ਹੈ ਤੇ ਇੱਥੇ ਲਿਖਿਆ ਹੈ ਕਿ ਨਾਲ ਪੁੱਛਿਆ ਵੀ ਹਾਕਮ ਨੇ ਕਿ ਤੇਰੀ ਤਲਵਾਰ ਤੇ ਤਕਮਾ ਕਿਹੜਾ ਹੈ। ਇੱਥੇ ਤਕਮਾ ਤੁਰਕੀ ਦਾ ਸ਼ਬਦ, ਇਸ ਦਾ ਅਰਥ ਹੁੰਦਾ ਮੋਹਰ ਛਾਪ। ਵੈਸੇ ਤਕਮੇ ਦਾ ਅਰਥ ਆਸਰਾ ਹੁੰਦਾ ਹੈ, ਸਹਾਰਾ ਹੁੰਦਾ ਉਰਦੂ ਦੇ ਵਿੱਚ। ਸੋ ਉਸਨੇ ਆਖਿਆ ਗੁਰੂ ਦਾ ਤਕਮਾ ਹੈ ਮੇਰੀ ਤਲਵਾਰ ਤੇ, ਗੁਰੂ ਦੀ ਛਾਪ ਮੋਹਰ ਹੈ। ਵਾਹਿਗੁਰੂ ਕੈ ਖੈਂਚ ਨਿਕਾਰਾ, ਨਿਕਸੇ ਭਇਓ ਪ੍ਰਕਾਸ਼ ਉਦਾਰਾ। ਅਸ ਤੀਖਨ ਧਾਰਾ ਅਸ ਕੇਰੀ, ਨਹਿ ਅਪਰ ਕੇ ਇਸ ਵਿਦ ਹੇਰੀ। ਵਾਹਿਗੁਰੂ ਮੁਖ ਤੋਂ ਕਹਿ ਕੇ ਜਦੋਂ ਹੀ ਮਿਆਨ ਚੋਂ ਸ੍ਰੀ ਸਾਹਿਬ ਖਿੱਚੀ, ਬਹੁਤ ਭਾਰੀ ਪ੍ਰਕਾਸ਼ ਹੋਇਆ। ਵੇਖਣ ਵਾਲਿਆਂ ਦੀ ਅੱਖਾਂ ਝੁੰਧਿਆ ਗਈਆਂ, ਇੰਨੀ ਚਮਕ ਪੈਦਾ ਹੋਈ ਉਸ ਕਿਰਪਾਨ ਵਿੱਚੋਂ, ਜੋ ਕਹਿ ਰਹੇ ਸੀ ਕਿ ਜੀ ਇਹ ਲੱਕੜ ਦੀ ਹੈ, ਇਹ ਕਾਠ ਦੀ ਹੈ,
ਪਰ ਉਹ ਫੌਲਾਦ ਦੀ ਨਾਲੋਂ ਵੀ ਜ਼ਿਆਦਾ ਚਮਕਣ ਲੱਗੀ। ਤਿੱਖੀ ਧਾਰ ਵਾਲੀ ਕਿਰਪਾਨ ਹਾਕਮ ਨੇ ਵੇਖਿਆ ਕਿ ਇਹਦੇ ਨਾਲ ਦੀ ਕਿਰਪਾਨ ਤਾਂ ਹੋਰ ਕਿਸੇ ਕੋਲ ਵੀ ਨਹੀਂ ਹੈ। ਤੇ ਵਾਕਈ ਸੱਚ ਸੀ, ਉਹ ਕਿਰਪਾਨ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਆਈ ਸੀ ਤੇ ਬਖਸ਼ਿਸ਼ ਦੇ ਨਾਲ ਹੋਰ ਕੋਈ ਸ਼ਸਤਰ ਰਲ ਹੀ ਨਹੀਂ ਸੀ ਸਕਦਾ। ਸੋ ਸਾਹਿਬਾਂ ਨੇ ਆਪਣੇ ਸੇਵਕ ਦੀ ਲਾਜ ਰੱਖੀ। ਉਹ ਹਾਕਮ ਵੇਖ ਕੇ ਬੜਾ ਖੁਸ਼ ਹੋਇਆ ਤੇ ਭਾਈ ਸਾਹਿਬ ਦੀ ਤਨਖਾਹ ਜਿਹੜੀ ਸੀ ਉਹ ਦੁੱਗਣੀ ਕਰ ਦਿੱਤੀ। ਜਿਹੜਾ ਨਿੰਦਕ ਚੁਗਲ ਸੀ ਉਹਦਾ ਮੂੰਹ ਕਾਲਾ ਕਰਕੇ ਤੇ ਬਾਹਰ ਕੱਢ ਦਿੱਤਾ ਸਭਾ ਦੇ ਵਿੱਚੋਂ। ਅੱਗੇ ਭਾਈ ਸਾਹਿਬ ਸੁਣਾ ਰਹੇ ਹਨ। ਇੱਕ ਹੋਰ ਘਟਨਾ ਹੈ, ਉਹ ਵੀ ਪਿਆਰ ਦਾ ਚੋਜ ਹੈ, ਕਿਵੇਂ ਸਾਹਿਬਾਂ ਨੇ ਆਪਣੇ ਬਿਰਦ ਦੀ, ਆਪਣੇ ਧਰਮ ਦੀ ਲਾਜ ਰੱਖੀ ਹੈ। ਜਿਵੇਂ ਭਾਈ ਸਾਹਿਬ ਸੁਣਾ ਰਹੇ ਨੇ, ਸਰਵਣ ਕਰੀਏ ਜੀ। ਅਤ ਸ਼ਰਦਾ ਧਰ ਸਤ ਗੁਰ ਮਾਹੀ, ਕੇਤਿਕ ਦਿਨ ਮੈਂ ਆਇਓ ਪਾਹੀ। ਜਦੋਂ ਹੁਣ ਸਿੱਖ ਦੀ ਲਾਜ ਰੱਖ ਲਈ, ਸਿੱਖ ਦੇ ਮਨ 'ਚ ਬੜੀ ਸ਼ਰਧਾ ਭਾਵਨਾ ਹੋਰ ਪੈਦਾ ਹੋ ਗਈ ਕਿ ਮੇਰਾ ਗੁਰੂ ਸਮਰੱਥ ਹੈ, ਵਿਗੜੀਆਂ ਹੋਈਆਂ ਤਕਦੀਰਾਂ ਬਦਲ ਦਿੰਦਾ ਹੈ, ਐਸਾ ਮੇਰਾ ਸਤਿਗੁਰੂ ਹੈ। ਬੜੀ ਸ਼ਰਧਾ ਭਾਵਨਾ ਧਾਰ ਕੇ ਕੁਝ ਕੁ ਦਿਨਾਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚਾ। ਧੰਨ ਧੰਨ ਕਹਿ ਚਰਨੀ ਪਰਿਓ, ਪੁਨਹ ਪ੍ਰਸੰਗ ਸੁਨਾਵਨ ਕਰਿਓ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਆਪ ਧੰਨ ਹੋ ਐਸਾ ਕਹਿੰਦਾ ਹੋਇਆ ਸਾਹਿਬਾਂ ਦੇ ਚਰਨੀ ਪੈ ਗਿਆ। ਤੇ ਫਿਰ ਸਾਰਾ ਪ੍ਰਸੰਗ, ਸਾਰੀ ਵਾਰਤਾ ਨੇ ਕਹਿ ਕਰਕੇ ਆਪਣੇ ਮੂੰਹ ਤੋਂ ਸੁਣਾਈ। ਸੁਨਤ ਸਵਾ ਮਹਿ ਸਤਿਗੁਰ ਕਹਿਓ, ਦਇਆ ਕਰਨ ਪ੍ਰਣ ਤੈ ਨਿਰਵਹਿਓ। ਗੁਰੂ ਅਰਜਨ ਦੇ ਪਾਤਸ਼ਾਹ ਨੇ ਸੁਣ ਕੇ ਆਖਿਆ ਕਿ ਭਾਈ ਤਲੋਕਿਆ, ਤੈਨੂੰ ਅਸੀਂ ਬਚਨ ਕੀਤਾ ਸੀ ਕਿ ਜੀਵਾਂ ਤੇ ਦਇਆ ਕਰਨੀ, ਤੇ ਉਹ ਪਰਨ ਤੂੰ ਨਿਭਾਉਣਾ ਕੀਤਾ ਹੈ। ਤੂੰ ਦਇਆ, ਜੀਆਂ ਦੇ ਉੱਪਰ ਦਇਆ ਕਰਨ ਦਾ ਪਰਨ ਕੀਤਾ ਹੈ ਤੇ ਉਹ ਪਰਨ ਤੂੰ ਬਾਖੂਬੀ ਨਿਭਾਇਆ ਹੈ। ਕਿਉ ਨਾ ਹੋਏ ਤਬ ਗੁਰੂ ਸਹਾਈ, ਗੁਰਬਾਣੀ ਮਨ ਮਾਨ ਕਮਾਈ। ਜਿਹੜਾ ਸਿੱਖ ਗੁਰੂ ਦਾ ਬਚਨ ਕਮਾਏਗਾ ਤੇ ਸਤਿਗੁਰੂ ਉਸ ਸਿੱਖ ਦੇ ਕਿਉਂ ਨਹੀਂ ਸਹਾਈ ਹੋਣਗੇ, ਕਿਉਂ ਨਹੀਂ ਮਦਦ ਕਰਨਗੇ। ਗੁਰਬਾਣੀ ਮਨ ਮਾਨ ਕਮਾਈ, ਜਿਨ੍ਹਾਂ ਨੇ ਗੁਰੂ ਦੀ ਬਾਣੀ ਬਚਨਾਂ ਨੂੰ ਮਨ ਵਿੱਚ ਮੰਨ ਕੇ ਕਮਾਇਆ, ਸਤਿਗੁਰੂ ਉਸ ਸਿੱਖ ਦੀ ਹਰ ਥਾਂ ਤੇ ਸਹਾਇਤਾ ਕਰਦੇ ਹਨ, ਹਰ ਥਾਂ ਤੇ ਰੱਖਿਆ ਕਰਦੇ ਹਨ। ਸਗਰੇ ਸਿੱਖਨ ਸੁਨਿਓ ਪ੍ਰਸੰਗ, ਧੰਨ ਗੁਰੂ ਕਹਿ ਸ਼ਰਧਾ ਸੰਗ। ਸਾਰੀ ਸਭਾ ਜੁੜੀ, ਦੀਵਾਨ ਸਜ ਰਿਹਾ ਸੀ ਜਦੋਂ ਭਾਈ ਤਲੋਕੇ ਨੇ ਆਪਣੀ ਆਪ ਬੀਤੀ ਸੁਣਾਈ। ਸਾਰਿਆਂ ਨੇ ਸੁਣ ਕੇ ਧੰਨ ਸਤਿਗੁਰੂ ਆਖਿਆ ਤੇ ਸਾਹਿਬਾਂ ਦੇ ਵਿੱਚ ਬੜੀ ਭਾਰੀ ਸ਼ਰਧਾ ਵਧੀ। ਧੰਨ ਗੁਰੂ ਕੈ ਸ਼ਰਧਾ ਸੰਗ, ਬੜੀ ਸ਼ਰਧਾ ਨਾਲ ਸਾਰੇ ਆਖਣ ਲੱਗੇ ਕਿ ਸਤਿਗੁਰੂ ਧੰਨ ਹਨ, ਸਤਿਗੁਰੂ ਧੰਨ ਹਨ। ਕੇਤਿਕ ਦਿਨ ਰਹਿ ਗਇਓ ਤੇ ਲੋਕਾ, ਸਿੱਖ ਕਟਾਰੂ ਦਰਸ ਬਿਲੋਕਾ। ਕਈ ਦਿਨ ਭਾਈ ਤਲੋਕਾ ਗੁਰੂ ਪਾਤਸ਼ਾਹ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕਰਕੇ ਦਰਸ਼ਨਦਾਰ ਕਰਦਾ ਨਿਹਾਲ ਹੋ ਕੇ ਆਪਣੇ ਦੇਸ਼ ਚਲਿਆ ਗਿਆ। ਹੁਣ ਅਗਲੀ ਸਾਖੀ ਭਾਈ ਸਾਹਿਬ ਸੁਣਾਉਣ ਲੱਗੇ। ਇੱਕ ਕਟਾਰੂ ਨਾਮ ਦਾ ਸਿੱਖ ਆਇਆ, ਉਸੇ ਇਲਾਕੇ ਵੱਲੋਂ, ਲਹਿੰਦੇ ਵਾਲੇ ਪਾਸੇ ਤੋਂ ਹੀ। ਭਾਈ ਕਟਾਰੂ ਨੇ ਆ ਕੇ ਸਾਹਿਬਾਂ ਦਾ ਦਰਸ਼ਨ ਕੀਤਾ। ਬੰਦਨ ਕਰੀ ਚਰਨ ਅਰਬਿੰਦ, ਠਾਂਡੇ ਹੋਏ ਜਸ ਕਰਿਓ ਬਿਲੰਦ। ਚਰਨ ਕਮਲਾਂ ਤੇ ਮੱਥਾ ਟੇਕ ਕੇ ਤੇ ਠਾਂਡੇ ਹੋਏ ਖਲੋ ਕਰਕੇ ਸਾਹਿਬਾਂ ਦਾ ਬਿਲੰਦ ਜਸ ਕਰਨ ਲੱਗਾ, ਬਹੁਤਾ ਜਸ ਵਡਿਆਈ ਕਥਨ ਕਰਨ ਲੱਗਾ। ਬਨੋ ਸਹਾਇਕ ਤੁਮ ਜਗ ਨਾਇਕ, ਸਿੱਖਨ ਕੀ ਕਨ ਬਿਗਨ ਨਸਾਇਕ। ਹੇ ਮਹਾਰਾਜ ਜੀ, ਆਪ ਕਿਰਪਾ ਕਰੋ, ਮੇਰੇ ਸਹਾਇਕ ਬਣੋ। ਤੁਸੀਂ ਜਗ ਦੇ ਨਾਇਕ, ਨਾਇਕ ਕਹਿੰਦੇ ਨੇ ਹੀਰੋ ਨੂੰ, ਸ਼੍ਰੋਮਣੀ ਨੂੰ। ਤੁਸੀਂ ਸੰਸਾਰ ਦੇ ਨਾਇਕ, ਹੀਰੋ, ਸ਼੍ਰੋਮਣੀ ਹੋ। ਆਪਣੇ ਪਿਆਰੇ ਸਿੱਖਾਂ ਦੇ ਬੇਅੰਤ ਵਿਘਨਾਂ ਨੂੰ ਨਸਾਇਕ ਨਸਾ ਦਿੰਦੇ ਹੋ। ਬੂਝਤ ਭਇਓ ਦੇਹੋ ਉਪਦੇਸ਼, ਜਿਸ ਕਰ ਸਗਰੇ ਮਿਟੈ ਕਲੇਸ਼। ਬੂਝਤ ਪਇਓ, ਪੁੱਛਦਾ ਹੋਇਆ ਸਾਹਿਬ ਨੂੰ ਆਖਣ ਲੱਗਾ, ਮਹਾਰਾਜ ਮੈਨੂੰ ਐਸਾ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਕਮਾ ਕਰਕੇ ਜਿੰਨੇ ਵੀ ਸਾਰੇ ਕਲੇਸ਼ ਹੈ ਨਾ ਉਹ ਮਿਟ ਜਾਣ। 5 ਕਲੇਸ਼ ਲਿਖੇ ਨੇ, ਕੱਲ ਵੀ ਜ਼ਿਕਰ ਕੀਤਾ ਸੀ, ਅਭਿਨਵੇਸ਼, ਅਵਿਦਿਆ, ਸਮਤਾ, ਰਾਗ ਤੇ ਦਵੈਸ਼। ਸੋ ਇਹਨਾਂ ਦੀ ਅੱਗੇ ਵਿਆਖਿਆ ਹੈ। ਸੋ ਮਹਾਰਾਜ ਸਾਰੇ ਕਲੇਸ਼ ਝਗੜੇ ਜਿਹੜੇ ਨੇ ਉਹ ਖਤਮ ਹੋ ਜਾਣ, ਐਸਾ ਉਪਦੇਸ਼ ਬਖਸ਼ੋ। ਸੂਬਾ ਕਾਵਲ ਬਿਖੈ ਰਹਾਈ,
ਏਤ ਜੀਵ ਕਾ ਮੈਂ ਤੜਵਾਈ। ਸੋ ਕਾਬਲ ਤੇ ਕੰਧਾਰ ਬੜੇ ਪ੍ਰਸਿੱਧ ਸ਼ਹਿਰ ਨੇ ਅਫਗਾਨਿਸਤਾਨ ਦੇ। ਪਿੱਛੇ ਦੇ ਜਿਹੜਾ ਉਹ ਹਵਾਈ ਜਹਾਜ਼ ਗਵਾ ਕਰਕੇ ਲੈ ਗਏ ਸਨ, ਉਹ ਉੱਥੇ ਕਾਬਲ ਕੰਧਾਰ ਹੀ ਲੈ ਗਏ ਸਨ, ਜਿਸ ਵਿੱਚ ਭਾਰਤ ਦੇ ਯਾਤਰੀ ਸਨ, ਹੋਰ ਵੀ ਕਈ ਦੇਸ਼ਾਂ ਦੇ ਯਾਤਰੀ, ਤੇ ਕਈ ਦਿਨ ਉਹ ਫਿਲਮ ਚੱਲਦੀ ਰਹੀ ਸੀ। ਉਹ ਲੋਕਾਂ ਨੂੰ ਰੌਣਕ ਮੇਲਾ ਵੇਖਣ ਵਾਸਤੇ ਮਿਲਿਆ। ਫਿਰ ਆਪ ਉਸ ਸਮੇਂ ਦਾ ਜਿਹੜਾ ਰੱਖਿਆ ਮੰਤਰੀ ਸੀ, ਹੁਣ ਤਾਂ ਉਹ ਸੰਸਾਰ ਤੇ ਨਹੀਂ ਰਿਹਾ, ਜਸਵੰਤ ਸਿੰਘ, ਉਹ ਆਪ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਸੀ, ਆਪ ਉਸ ਜਹਾਜ਼ 'ਚ ਲੈ ਕਰਕੇ ਗਿਆ। ਉਹ ਬੰਦੇ ਛੱਡੇ, ਫਿਰ ਕਿਤੇ ਜਹਾਜ਼ ਵਾਪਸ ਆਇਆ ਸੀ, ਉਹ ਕਾਬਲ ਕੰਧਾਰ। ਸੋ ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਕਾਬਲ ਦਾ ਰਹਿਣ ਵਾਲਾ ਹਾਂ, ਜੋ ਕਾਬਲ ਦਾ ਸੂਬਾ ਹੈ ਉਸ ਦੇ ਕੋਲ ਰਹਿ ਕੇ ਮੈਂ ਤੜਵਾਈ ਦੀ ਨੌਕਰੀ ਕਰਦਿਆ ਹਾਂ। ਤੜਵਾਈ ਹੁੰਦਾ ਹੈ ਸੌਦਾ ਤੋਲਣ ਵਾਲਾ, ਜਿਹੜਾ ਸਮਾਨ ਤੋਲ ਕੇ ਦਿੰਦਾ ਹੈ। ਸੋ ਮਹਾਰਾਜ ਮੇਰੀ ਇਹ ਨੌਕਰੀ, ਮੈਂ ਉੱਥੇ ਕਾਬਲ ਦੇ ਸੂਬੇ ਦੇ ਪਾਸ ਇਹ ਤੜਵਾਈ ਦਾ ਕੰਮ ਕਰਦਾ ਹਾਂ। ਸਤਿਗੁਰ ਕਹਿਓ ਕਾਟ ਨਹਿ ਦੀਜੈ, ਸਤਨਾਮ ਕੋ ਸਿਮਰਨ ਕੀਜੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਜੇਕਰ ਤੂੰ ਸੌਦਾ ਤੋਲ ਕੇ ਦੇਣਾ ਤੇ ਕਿਸ ਨੂੰ ਘੱਟ ਨਹੀਂ ਤੋਲ ਕੇ ਦੇਣਾ। ਤੇ ਨਾਲ ਸਾਡਾ ਉਪਦੇਸ਼ ਹੈ ਕਿ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹਿਣਾ। ਦੇਹੋ ਦਸੌਂਦ ਗੁਰੂ ਹਿਤ ਸਦਾ, ਦਾਰਿਦ ਸਦਨ ਹੋਏ ਨਹਿ ਕਦਾ। ਆਪਣੀ ਕਿਰਤ ਕਮਾਈ ਦੇ ਵਿੱਚੋਂ ਗੁਰੂ ਦੇ ਨਿਮਿਤ ਦਸੌਂਦ ਹੁੰਦਾ, 10ਵਾਂ ਹਿੱਸਾ ਦਸਵੰਧ ਦੇਣਾ ਹੈ। ਫਿਰ ਤੇਰੇ ਘਰ ਵਿੱਚ ਸਦਨ ਹੁੰਦਾ, ਕਰ ਤੇਰੇ ਘਰ 'ਚ ਸਦਨ ਦਾਰਦ ਕਹੀਏ ਦਲਿੱਦਰ, ਦਲਿੱਦਰ ਨਹੀਂ ਰਵੇਗਾ, ਗਰੀਬੀ ਨਹੀਂ ਰਵੇਗੀ। ਦਾਰਦ ਸਦਨ ਹੋਏ ਨੇ ਕਦਾ, ਕਦੀ ਤੇਰੇ ਘਰ 'ਚ ਗਰੀਬੀ ਨਹੀਂ ਆਵੇਗੀ ਜੇਕਰ ਤੂੰ ਨਾਮ ਜਪਦਾ, ਸਿਮਰਨ ਕਰਦਾ, ਧਰਮ ਦੀ ਕਿਰਤ ਕਰਦਾ ਹੋਇਆ ਗੁਰੂ ਦੇ ਨਿਮਿਤ ਦਸਵੰਧ ਦੇਵੇਂਗਾ। ਸੁਨ ਕਰ ਆਪਣੇ ਧਾਮ ਸਿਧਾਰਾ, ਕਰੈ ਸਦਾ ਆਪਣੀ ਤਹਿਕਾਰਾ। ਸਤਿਗੁਰੂ ਦਾ ਉਪਦੇਸ਼ ਸੁਣ ਕਰਕੇ ਭਾਈ ਸਾਹਿਬ ਆਪਣੇ ਧਾਮ ਦਾ ਅਰਥ ਵੀ ਘਰ ਹੈ, ਘਰ ਚਲਿਆ ਗਿਆ ਤੇ ਗੁਰੂ ਦੇ ਉਪਦੇਸ਼ ਅਨੁਸਾਰ ਸਦਾ ਆਪਣੀ ਕਿਰਤ ਕਮਾਈ ਕਰਨ ਲੱਗਾ। ਗੁਰ ਗੁਰ ਜਪੈ ਨ ਤੋਲੈ ਘਾਟ, ਏਕ ਬਨਕ ਨੇ ਦੀਨ ਸਬਾਟ। ਗੁਰੂ ਗੁਰੂ ਜਪਦਾ ਹੋਇਆ ਜਿਹੜਾ ਸੌਦਾ ਤੋਲ ਕੇ ਦਿੰਦਾ, ਗਾਹਕਾਂ ਨੂੰ ਘੱਟ ਨਹੀਂ ਦਿੰਦਾ, ਪੂਰਾ ਹੀ ਦਿੰਦਾ ਹੈ। ਪਰ ਕਈ ਵਾਰੀ ਪ੍ਰੀਖਿਆ ਦਾ ਸਮਾਂ ਵੀ ਆ ਜਾਂਦਾ, ਕਸਵੱਟੀਆਂ ਲੱਗ ਜਾਂਦੀਆਂ, ਤੇ ਭਾਈ ਸਾਹਿਬ ਤੇ ਕਸਵੱਟੀ ਲੱਗ ਗਈ। ਇੱਕ ਬਣਕ ਹੁੰਦਾ ਬਾਣੀਆਂ, ਕਿਸੇ ਬਾਣੀਏ ਨੇ ਈਰਖਾ ਵਸ ਕਹਿ ਲਓ ਜਾਂ ਜਾਣ ਬੁੱਝ ਕੇ ਜਿਸ ਤਰ੍ਹਾਂ ਵੀ ਕਹਿ ਲਓ, ਕਿਸੇ ਨੇ ਵੱਟਾ ਦੇ ਦਿੱਤਾ ਭਾਈ ਸਾਹਿਬ ਨੂੰ ਕਿ ਲੈ ਐਸ ਵੱਟੇ ਨਾਲ ਸੌਦਾ ਤੋਲਿਆ ਕਰ। ਪੈਸੇ ਪੰਜ ਘਾਟ ਸੁਆਹਾ, ਨਹੀਂ ਕਟਾਰੂ ਉਰ ਮੈਂ ਲਾਹਾ। ਤੇ ਉਹ ਵੱਟਾ ਜਿਹੜਾ ਸੀ ਨਾ, ਵਜਨ ਵਿੱਚ 5 ਪੈਸੇ ਭਾਰ ਘੱਟ ਸੀ ਉਸ ਵੱਟੇ ਦਾ। ਕੱਲ ਪਰਸੋਂ ਕੋਈ ਵਿਖਾ ਰਿਹਾ ਸੀ ਵਿਅਕਤੀ, ਉਹ 4-5 ਵੱਟੇ ਉਹਨੇ ਰੱਖੇ, ਕਿਲੋ ਦੇ ਅੱਧਾ ਕਿਲੋ, ਸਾਰਿਆਂ ਦੇ ਵਿੱਚ ਹੀ 100-100 ਗ੍ਰਾਮ ਦਾ ਫਰਕ। ਕੇਵਲ ਇੱਕੋ ਹੀ ਵੱਟਾ ਸੀ ਜਿਹੜਾ ਵਜਨ ਵਿੱਚ ਪੂਰਾ ਸੀ, ਕਿਉਂਕਿ ਵੱਟਿਆਂ ਦਾ ਵਜਨ ਘੱਟ ਵੱਧ ਹੁੰਦਾ ਹੈ। ਤੇ ਜਿਹਦਾ ਵਜਨ ਘੱਟ ਹੋਵੇ ਕਿਲੋ ਵਿੱਚ, ਤੇ ਵਜਨਾ ਤਾਂ ਕਿਲੋ ਹੀ ਹੈ, ਤੇ ਲੋਕ ਜਿਹੜੇ ਇਹੋ ਜਿਹਾ ਕੰਮ ਕਰਨ ਨੂੰ ਫਾਇਦਾ ਉਠਾਉਂਦੇ ਨੇ। ਭਾਈ ਕਟਾਰੂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਹ ਵੱਟਾ ਜਿਹੜਾ ਹੈ 5 ਪੈਸੇ ਘੱਟ ਹੈ। ਨਹੀਂ ਕਟਾਰੂ ਉਰ ਮੈਂ ਲਾਹਾ, ਉਰ ਹੁੰਦਾ ਹਿਰਦਾ ਮਨ। ਭਾਈ ਸਾਹਿਬ ਨੇ ਮਨ ਵਿੱਚ ਨਹੀਂ ਲਾਹਾ, ਨਹੀਂ ਜਾਣਿਆ, ਨਹੀਂ ਸਮਝਿਆ ਕਿ ਤਾਂ ਮੇਰੇ ਨਾਲ ਇਸ ਨੇ ਧੋਖਾ ਕੀਤਾ ਹੈ, ਵੱਟਾ ਘੱਟ ਹੈ ਵਜਨ ਵਿੱਚ। ਭਾਈ ਸਾਹਿਬ ਜੀ ਇਸ ਗੱਲ ਤੋਂ ਅਣਜਾਣ ਰਹੇ। ਨਿਤ ਤੋਲਤ ਤਿਸ ਕੇ ਸੰਗ ਦੇ, ਜਾਏ ਘਾਟ ਜੋ ਆਏ ਸੋ ਲੇ। ਜੇ ਜਤਾ ਪ੍ਰਤੀ ਉਸੇ ਵੱਟੇ ਨਾਲ ਸੌਦਾ ਤੋਲ ਕੇ ਭਾਈ ਕਟਾਰੂ, ਭਾਈ ਇਹ ਗੁਰੂ ਕਾ ਸਿੱਖ ਦਿੰਦਾ ਰਿਹਾ ਭਾਈ ਕਟਾਰੂ ਜੀ। ਤੇ ਜਦੋਂ ਕੋਈ ਸੌਦਾ ਲੈਣ ਆਉਂਦਾ, ਫਿਰ ਸੌਦਾ ਤਾਂ ਘੱਟ ਜਾਣਾ, ਉਹਨਾਂ ਕੇ ਸੌਦਾ ਜਿਹੜਾ ਸੀ ਨਾ 5 ਪੈਸੇ, ਬਹੁਤਾ ਨਹੀਂ ਸੀ, ਥੋੜਾ ਹੀ ਫਰਕ ਸੀ। ਉਹ ਸੌਦਾ ਜਿਹੜਾ ਸੀ ਉਹ ਲੈਣ ਵਾਲੇ ਨੂੰ ਘੱਟ ਜਾਂਦਾ ਰਿਹਾ। ਇਕ ਨੇ ਤੋਲਿਓ ਹੋਏ ਇਸ ਘਾਟ, ਲਖਿਓ ਕਟਾਰੂ ਕੋ ਘਟ ਬਾਟ। ਤੇ ਇੱਕ ਕਿਸੇ ਵਿਅਕਤੀ ਨੇ ਜਾ ਕੇ ਸੌਦਾ ਘਰ ਤੋਲ ਲਿਆ, ਤੇ ਉਹਨੇ ਜਾਣਿਆ ਕਿ ਭਾਈ ਕਟਾਰੂ ਦਾ ਜਿਹੜਾ ਵੱਟਾ ਨਾ, ਉਹ ਵਜਨ ਵਿੱਚ ਘੱਟ ਹੈ, ਉਹ ਪੂਰਾ ਨਹੀਂ ਤੋਲਦਾ। ਚਾਰੀ ਜਾਏ ਉਚਾਰੀ ਤਾਹੀ, ਤੋਲਤ ਘਾਟ ਸਭਨ ਕੇ ਪਾਹੀ। ਤੇ ਹੁਣ ਜਿਨ੍ਹਾਂ ਦੀ ਖੁਰਾਕ ਹੀ ਨਿੰਦਾ ਤੇ ਚੁਗਲੀ ਆ, ਫਿਰ ਉਹਨਾਂ ਦਾ ਢਿੱਡ ਨਹੀਂ ਉਹਨਾਂ ਚਿਰ ਭਰਦਾ ਜਿੰਨਾ ਚਿਰ ਕਿਸੇ ਉੱਪਰ ਤੋਹਮਤ ਨਾ ਲਾ ਦੇਣ, ਕਿਸੇ ਦੀ ਬਦਨਾਮੀ ਨਾ ਕਰ ਦੇਣ।
ਉਹਨਾਂ ਚਿਰ ਉਹਨਾਂ ਦੇ ਮਨ ਨੂੰ ਤਸੱਲੀ ਨਹੀਂ ਆਉਂਦੀ। ਉਹ ਚੁਗਲਖੋਰ ਜਿਹੜਾ ਸੀ, ਭਾਈ ਸਾਹਿਬ ਕਹਿੰਦੇ ਚੁਗਲਖੋਰ ਦਾ ਕੰਮ ਹੀ ਚੁਗਲੀ ਕਰਨਾ, ਉਹਨੇ ਜਾ ਕੇ ਚੁਗਲੀ ਲਾ ਦਿੱਤੀ। ਕਹਿੰਦੇ ਵੇਖੋ ਜੀ, ਤੁਹਾਡਾ ਜਿਹੜਾ ਤੜਵਾਈ ਹੈ ਨਾ, ਸੌਦਾ ਤੋਲਣ ਵਾਲਾ, ਤੋਲਤ ਘਾਟ ਸਭਨ ਕੇ ਪਾਹੇ, ਜਿੰਨੇ ਉਹਦੇ ਕੋਲ ਸੌਦਾ ਲੈਣ ਜਾਂਦੇ ਸਾਰਿਆਂ ਨੂੰ ਸੌਦਾ ਘੱਟ ਦਿੰਦਾ ਹੈ, ਘੱਟ ਤੋਲਦਾ ਹੈ। ਸੁਨ ਸੂਬੇ ਰਿਸ ਕਰ ਬੁਲਵਾਇਓ, ਪੁਨ ਕਹਿ ਬਾਟ ਧਰਾ ਨਵਾਇਓ। ਸੁਣਦਿਆਂ ਸਾਰ ਸੂਬੇ ਨੂੰ ਰਿਸ ਹੁੰਦੀ, ਗੁੱਸਾ ਕ੍ਰੋਧ ਆ ਗਿਆ। ਕ੍ਰੋਧ ਕਰਕੇ ਭਾਈ ਸਾਹਿਬ ਨੂੰ ਕੋਲ ਬੁਲਵਾ ਲਿਆ ਤੇ ਫਿਰ ਕਹਿ ਕਰਕੇ ਭਾਈ ਸਾਹਿਬ ਦਾ ਵੱਟਾ ਵੀ ਜਿਹੜਾ ਸੀ ਨਾ ਨਵਾਇਓ ਹੁੰਦਾ, ਉਹ ਮੰਗਵਾ ਲਿਆ ਕਿ ਤੇਰਾ ਵੱਟਾ ਤੁਲਨਾ ਹੈ, ਤੇਰੇ ਉੱਪਰ ਇਲਜ਼ਾਮ ਲੱਗਾ ਹੈ, ਗੱਲ ਸੱਚ ਹੈ ਜਾਂ ਝੂਠ ਹੈ, ਇਸ ਗੱਲ ਦੀ ਪਰਖ ਕਰਨੀ, ਨਿਰਣਾ ਕਰਨਾ ਹੈ। ਇਸ ਵਾਸਤੇ ਕਹਿ ਕਰਕੇ ਵੱਟਾ ਵੀ ਮੰਗਵਾ ਲਿਆ ਗਿਆ। ਅਪਰ ਸੰਗ ਇਸ ਤੋਲਨ ਕੀਜੈ, ਮੋਹੇ ਰੂਬਰੋ ਇਸ ਪਿਖ ਲੀਜੈ। ਤੇ ਉਸ ਹਾਕਮ ਨੇ, ਸੂਬੇ ਨੇ ਕਹਿ ਦਿੱਤਾ, ਜਿਹੜੇ ਬੰਦੇ ਕੰਮ ਕਰਨ ਵਾਲੇ, ਪ੍ਰੀਖਿਆ ਕਰਨ ਵਾਲੇ ਸਨ, ਕਿ ਘੋਰ ਵੱਟਾ ਲੈ ਕੇ ਨਾ, ਜਿਹੜਾ ਸਰਕਾਰੀ ਮੋਹਰ ਵਾਲਾ ਵੱਟਾ, ਉਹਦੇ ਬਰਾਬਰ ਇਹਦਾ ਵੱਟਾ ਲੈ ਕਰਕੇ ਤੋਲੋ ਤੇ ਮੋਹੇ ਰੂਬਰੂ, ਰੂਬਰੂ ਹੁੰਦਾ ਸਾਹਮਣੇ, ਮੇਰੇ ਸਾਹਮਣੇ ਇਸ ਪਿੱਖ ਲੀਜੇ, ਇਸ ਵੱਟੇ ਨੂੰ ਵੇਖ ਲਓ ਕਿ ਵੱਟਾ ਘੱਟ ਹੈ, ਜੋ ਇਹ ਦੱਸਿਆ ਜਾ ਰਿਹਾ ਕਿ ਘੱਟ ਹੈ ਵੱਟਾ ਕਿ ਜਾਂ ਪੂਰਾ ਹੈ। ਸੋ ਮੇਰੇ ਰੂਬਰੂ ਸਾਹਮਣੇ ਹੀ ਇਹ ਸਾਰੀ ਪਰਖ ਕੀਤੀ ਜਾਵੇ। ਤਬੈ ਕਟਾਰੂ ਉਰ ਡਰ ਪਾਇਓ, ਸਤਿਗੁਰ ਧਿਆਨ ਧਰਿਓ ਜਸ ਗਾਇਓ। ਤਦੋਂ ਹੀ ਭਾਈ ਕਟਾਰੂ ਜਿਹੜਾ ਸੀ ਨਾ, ਉਹ ਮਨ ਦੇ ਵਿੱਚ ਭੈ ਕੁਛ ਡਰ ਆਇਆ। ਵੈਸੇ ਸਚਾਈ ਨੂੰ ਡਰਨ ਦੀ ਲੋੜ ਨਹੀਂ ਹੁੰਦੀ, ਪਰ ਭੈ ਆਇਆ ਕਿ ਗੱਲ ਤਾਂ ਕੋਈ ਨਾ ਕੋਈ ਹੋਵੇਗੀ। ਜਿਹੜੀ ਗੱਲ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਵੱਟਾ ਜੋਖਣ ਤੱਕ ਗੱਲ ਆ ਗਈ ਹੈ, ਭਾਈ ਸਾਹਿਬ ਦੇ ਮਨ 'ਚ ਕੁਛ ਭੈ ਪੈਦਾ ਹੋਇਆ। ਤੇ ਹੁਣ ਕੀ ਹੋ ਸਕਦਾ ਸੀ? ਗੁਰੂ ਹੀ ਹੈ ਸਿੱਖ ਦਾ ਆਸਰਾ। ਭਾਈ ਸਾਹਿਬ ਨੇ ਸਾਹਿਬਾਂ ਦਾ ਧਿਆਨ ਧਰਿਆ, ਸਤਿਗੁਰ ਧਿਆਨ ਧਰਿਓ ਜਸ ਗਾਇਓ। ਪੰਚਮ ਗੁਰਦੇਵ ਦਾ ਧਿਆਨ ਧਾਰ ਕਰਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਹਿਮਾ ਕੀਤੀ, ਵਡਿਆਈ ਕੀਤੀ। ਇਹ ਨਿਮਾਣਿਆਂ ਦੇ ਮਾਨ, ਤਾਨਿਆਂ ਦੇ ਤਾਨ, ਧਿਰਿਆਂ ਦੇ ਧਿਰ, ਸਤਿਗੁਰੂ ਕਿਰਪਾ ਕਰੋ, ਮਹਾਰਾਜ ਬੋੜੀ ਕਰੋ, ਹੁਣ ਆਪਣੇ ਦਾਸ ਦੀ ਲਾਜ ਰੱਖੋ, ਮੇਰੀ ਸਹਾਇਤਾ ਕਰੋ। ਨਹਿ ਸਹਾਏ ਇਸ ਥਲ ਕਿਸ ਕੇਰੀ, ਅਬ ਰਾਵਰ ਕੀ ਆਸ ਬਡੇਰੀ। ਇਸ ਥਾਂ ਤੇ ਹੁਣ ਮਹਾਰਾਜ ਕਿਸੇ ਦੀ ਸਹਾਇਤਾ ਨਹੀਂ ਪਹੁੰਚਣੀ, ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਜੇ ਲੱਗਣੀ, ਤੁਸੀਂ ਕਿਰਪਾ ਕਰੋ। ਹੁਣ ਕੋਈ ਇਸ ਥਾਂ ਤੇ ਮੇਰੀ ਸਹਾਇਤਾ ਨਹੀਂ ਕਰ ਸਕਦਾ। ਅਬ ਰਾਵਰ ਕੀ ਆਸ ਬਡੇਰੀ, ਹੁਣ ਆਪ ਜੀ ਦੀ ਆਸ ਹੈ, ਆਪ ਜੀ ਦਾ ਹੀ ਆਸਰਾ ਹੈ, ਭਰੋਸਾ ਹੈ। ਕਿਰਪਾ ਕਰੋ ਮਹਾਰਾਜ, ਮੇਰੀ ਸਹਾਇਤਾ ਕਰੋ ਜੀ। ਅਗ ਅਨਜਾਨ ਪਨੇ ਮਹਿ ਕੀਨ, ਸੋ ਨ ਵਿਚਾਰੋ ਮੈਂ ਜਨਦੀ। ਤੇ ਭਾਈ ਸਾਹਿਬ ਜੀ ਨੇ ਮਾੜੀ ਮਨ ਅਰਦਾਸ ਕਰਕੇ ਆਖਿਆ, ਮਹਾਰਾਜ ਜੇਕਰ ਮੇਰਾ ਵੱਟਾ ਘੱਟ ਹੈ ਨਾ, ਤੇ ਮੈਂ ਜਿਹੜਾ ਪਾਪ ਕੀਤਾ ਹੈ ਮੈਂ ਅਣਜਾਣ ਪੁਣੇ ਵਿੱਚ ਕੀਤਾ, ਜਾਣ ਬੁੱਝ ਕਰਕੇ ਨਹੀਂ ਕੀਤਾ। ਮੇਰੇ ਕੋਲੋਂ ਜੋ ਇਹ ਗਲਤੀ ਹੋਈ, ਅਣਜਾਣ ਪੁਣੇ ਵਿੱਚ ਭੁੱਲ ਹੋਈ ਹੈ, ਸੋ ਨਾ ਵਿਚਾਰੋ ਮੈਂ ਜਨ ਦੀਨ। ਮੈਂ ਆਪ ਜੀ ਦਾ ਗਰੀਬ ਸਿੱਖ ਹਾਂ ਮਹਾਰਾਜ, ਮੇਰੀ ਭੁੱਲ ਨੂੰ ਨਾ ਚਿਤਾਰਿਓ। ਕਿਰਪਾ ਕਰੋ ਮਹਾਰਾਜ, ਮੇਰੀ ਲਾਜ ਰੱਖ ਲਓ। ਏਕ ਭਰੋਸਾ ਮੋਕੋ ਭਾਰੀ, ਆਸ ਨ ਦੂਜੀ ਸ਼ਰਨ ਤਿਹਾਰੀ। ਮੈਨੂੰ ਮਹਾਰਾਜ ਇੱਕ ਆਪ ਜੀ ਦਾ ਹੀ ਭਾਰੀ ਭਰੋਸਾ ਹੈ, ਮੋਕੋ ਤੋਂ ਭਰੋਸੋ ਇੱਕ ਗੁਰੂ ਮਹਾਰਾਜ ਪੈ। ਭਾਈ ਸਾਹਿਬ ਭਾਈ ਨਿਹਾਲ ਸਿੰਘ ਜੀ ਕਵੀ ਕਹਿੰਦੇ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ, ਮੈਨੂੰ ਤਾਂ ਗੁਰੂ ਮਹਾਰਾਜ ਦਾ ਭਰੋਸਾ। ਕਿਸੇ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਮੈਨੂੰ ਤੇਰਾ ਆਸਰਾ, ਤੇਰਾ ਭਰੋਸਾ, ਵਿਸ਼ਵਾਸ ਹੈ। ਆਸ ਨਾ ਦੂਜੀ ਸ਼ਰਨ ਤਿਹਾਰੀ, ਤੁਹਾਡੀ ਸ਼ਰਨ ਤੱਕਣ ਤੋਂ ਬਿਨਾ ਮਹਾਰਾਜ ਹੋਰ ਕੋਈ ਦੂਜੀ ਆਸ ਨਹੀਂ ਹੈ। ਦੂਜੀਆਂ ਆਸਾਂ ਚੁਕਾ ਦਿੱਤੀਆਂ ਹਨ। ਇਤ ਸਤਿਗੁਰ ਵੱਡ ਸਵਾ ਮਝਾਰੀ, ਬੈਠੇ ਦਰਸਤ ਹੈ ਨਰ ਨਾਰੀ। ਇਧਰ ਅੰਮ੍ਰਿਤ ਸਾਹਿਬ ਸਰ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜਾ ਹੋਇਆ ਸੀ, ਵੱਡੀ ਸਭਾ ਲੱਗੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਭਾ ਵਿੱਚ ਸਜ ਰਹੇ ਨੇ। ਬੇਅੰਤ ਨਰ ਨਾਰੀਆਂ, ਮਰਦ ਇਸਤਰੀਆਂ ਗੁਰੂ ਕੇ ਸਿੱਖ ਸਾਹਿਬਾਂ ਦੇ ਦੀਦਾਰ ਕਰ ਰਹੇ ਸਨ। ਇੱਕ ਸਿੱਖ ਪੈਸੇ ਪੰਜ ਚੜਾਏ, ਧਰ ਕਰ ਪਰ ਤੋਲਤ ਲੇਤਾਏ। ਇੱਕ ਸਿੱਖ ਨੇ ਉਸੇ ਸਮੇਂ 5 ਪੈਸੇ ਮੱਥਾ ਟੇਕੇ ਸਾਹਿਬਾਂ ਨੂੰ, ਤੇ ਗੁਰੂ ਸਾਹਿਬ ਨੇ ਉਹ 5 ਪੈਸੇ ਛੇਤੀ ਨਾਲ ਆਪਣੇ ਹੱਥ ਦੇ ਉੱਪਰ ਧਰ ਲਏ।
ਧਰ ਕਰ ਪਰ ਤੋਲਤ ਲੈ ਦਾਏ ਦਾਏ, ਉਹਦਾ ਸੱਜਾ ਹੱਥ, ਸੱਜੇ ਹੱਥ 'ਚ ਫੜ ਕੇ ਸਤਿਗੁਰੂ ਪਾਤਸ਼ਾਹ ਜੀ ਉਹ ਹੱਥ ਜਿਹੜਾ ਸੀ, ਜਿਹੜਾ ਛਾਪਾ ਤਾਂ ਉੱਠ ਰਿਹਾ ਸੀ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਛਾਪੇ ਦਾ ਵਜਨ ਪੂਰਾ ਕਰਨ ਵਾਸਤੇ ਆਪਣਾ ਹੱਥੋਂ ਪੈਸੇ ਰੱਖ ਕੇ ਤਾਂ ਨੂੰ ਉਠਾਇਆ। ਹੁਨੋ ਬਾਮ ਕਰ ਪਰ ਧਰ ਤੋਲੇ, ਦੇਖ ਦਾਸ ਟਿਕ ਤਬ ਹੂੰ ਬੋਲੇ। ਉਹਨਾਂ ਛੇਤੀ ਨਾਲ ਵੱਟਾ ਕੱਢ ਕੇ ਤੇ ਖੱਬੇ ਪਾਸੇ ਖੱਬੇ ਛਾਪੇ ਵਿੱਚ ਰੱਖ ਦਿੱਤਾ ਕਿ ਇੱਧਰ ਦੋਲ ਕੇ ਵੇਹਣੇ ਭਲਾ ਕਿਤੇ ਤੱਕੜੀ ਦਾ ਪਾਸਕ ਨਾ ਕਿਤੇ ਗਲਤ ਕਿਤੇ ਘੱਟ ਵੱਧ ਨਾ ਹੋਵੇ। ਗੁਰੂ ਸਾਹਿਬ ਨੇ ਛੇਤੀ ਨਾਲ ਜਿਹੜੇ 5 ਪੈਸੇ ਨਾ ਬਾਮ ਦਾ ਖੱਬਾ ਹੱਥ ਬਾਮ ਕਰ, ਖੱਬੇ ਹੱਥ ਦੇ ਵਿੱਚ ਸਾਹਿਬ ਨੇ ਛੇਤੀ ਨਾਲ ਉਹ 5 ਪੈਸੇ ਧਰ ਕੇ ਤਾਂ ਨੂੰ ਤੋਲੇ। ਸ੍ਰੀ ਸਤਿਗੁਰ ਮਾਇਆ ਨਿਤ ਆਵਤ, ਹੀਮ ਰਜਤ ਕਰ ਕਬ ਨ ਸੁਹਾਵਤ। ਸੋ ਦੇਖ ਦਾਸ ਢਿਗ ਤਬ ਹੂੰ ਬੋਲੇ, ਜਿਹੜੇ ਸੇਵਾਦਾਰ ਕੋਲ ਸਨ ਉਹ ਵੇਖ ਕਰਕੇ ਸਾਰਾ ਕੌਤਕ ਬੋਲੇ। ਉਹਨਾਂ ਕਹਿ ਦਿੱਤਾ ਮਹਾਰਾਜ ਤੁਹਾਡੇ ਪਾਸ ਤਾਂ ਨਿਤਾਂ ਪ੍ਰਤੀ ਮਾਇਆ ਆਉਂਦੀ ਤੇ ਤੁਸੀਂ ਕਦੀ ਸੋਨੇ ਨੂੰ ਹੇਮ ਹੁੰਦਾ ਸੋਨਾ ਤੇ ਰਜਤ ਹੁੰਦੀ ਚਾਂਦੀ, ਤੁਸੀਂ ਤਾਂ ਕਦੀ ਸੋਨੇ ਚਾਂਦੀ ਨੂੰ ਨਹੀਂ ਮਹਾਰਾਜ ਹੱਥ ਲਾਇਆ ਛੋਇਆ ਨਹੀਂ, ਤੇ ਆਹ ਕੀ ਅੱਜ ਕੌਤਕ ਹੋ ਰਿਹਾ ਹੈ। ਸ੍ਰੀ ਸਤਿਗੁਰ ਮਾਇਆ ਨਿਤ ਆਵਤ, ਹੀਮ ਰਜਤ ਕਰ ਕਬ ਨ ਸੁਹਾਵਤ। ਪੈਸੇ ਪੰਜ ਆਜ ਕਰ ਲੀਏ, ਦਾਹਨ ਬਾਮ ਧਰੋ ਹਿਤ ਕੀਏ। ਅੱਜ ਮਹਾਰਾਜ ਤੁਸੀਂ 5 ਪੈਸੇ ਲੈ ਕਰਕੇ ਕਦੀ ਖੱਬੇ ਹੱਥ ਵਿੱਚ ਤੇ ਕਦੀ ਸੱਜੇ ਹੱਥ ਝਰੋ ਹਿੱਤ ਕੀਏ, ਬੜਾ ਪ੍ਰੇਮ ਕਰ ਰਹੇ ਜੇ ਪੈਸਿਆਂ ਦੇ ਨਾਲ। ਅੱਜ ਤੁਸੀਂ ਪੈਸੇ ਰੱਖ ਹੀ ਨਹੀਂ ਰਹੇ, ਕਦੀ ਸੱਜੇ ਹੱਥ 'ਚ ਰੱਖ ਲੈਂਦੇ ਹੋ ਤਾਂ ਹੱਥ ਕਰ ਦਿੰਦੇ ਹੋ, ਕਦੀ ਖੱਬੇ 'ਚ ਰੱਖ ਦਿੰਦੇ ਹੋ। ਤੇ ਅੱਜ ਤਾਂ ਇਉਂ ਜਾਪਦਾ ਜਿਵੇਂ ਧਰੋ ਹਿੱਤ ਕੀਏ ਕਿ ਬੜਾ ਤੁਸੀਂ ਮਾਇਆ ਨਾਲ ਹਿੱਤ ਧਰ ਰਹੇ, ਪ੍ਰੇਮ ਕਰਦੇ ਹੋ, ਇਉਂ ਪ੍ਰਤੀਤ ਹੋ ਰਿਹਾ ਹੈ। ਸੋ ਇਸ ਤਰ੍ਹਾਂ ਸਿੱਖਾਂ ਨੇ ਜਦੋਂ ਸਵਾਲ ਕੀਤਾ, ਇਹ ਕਾਰਨ ਕਿਆ ਉਚਰੋ ਸੁਆਮੀ, ਇਹ ਤੋਤ ਧਰਤ ਨ ਹਮ ਕੁਛ ਜਾਮੀ। ਮਹਾਰਾਜ ਦਾ ਕਾਰਨ ਕੀ ਹੈ ਸੁਆਮੀ ਸਤਿਗੁਰੂ, ਤੁਸੀਂ ਉਚਾਰਨ ਕਰਕੇ ਦੱਸੋ। ਇਧਰ ਖੱਬੇ ਸੱਜੇ 5 ਪੈਸੇ ਤੁਸੀਂ ਕਿਉਂ ਰੱਖ ਰਹੇ ਹੋ? ਨਾ ਹਮ ਕੁਛ ਜਾਮੀ, ਅਸੀਂ ਨਹੀਂ ਕੁਛ ਜਾਣਦੇ, ਸਾਡੇ ਤਾਂ ਸਾਹਮਣੇ ਹਨੇਰਾ ਹੈ, ਸਾਨੂੰ ਨਹੀਂ ਪਤਾ ਮਹਾਰਾਜ ਕਿੱਥੇ ਕੀ ਹੋ ਰਿਹਾ। ਤੁਸੀਂ ਕਿਰਪਾ ਕਰਕੇ ਇਹ ਗੁੱਝਾ ਰਾਜ, ਇਹ ਗੁੱਝਾ ਭੇਦ ਪ੍ਰਗਟ ਕਰ ਦਿਓ। ਸ਼੍ਰੀ ਗੁਰ ਕਹਿਓ ਸਿੱਖ ਕੋ ਬਾਟ, ਪੂਰਾ ਕਰੈ ਇਤੋ ਸੋ ਘਾਟ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਬੜੀ ਦੂਰ ਇੱਥੋਂ ਮੀਲਾਂ ਦਾ ਪੈਂਡਾ ਹੈ, ਕੂਆਂ ਦਾ ਪੈਂਡਾ ਹੈ, ਜਿੱਥੇ ਕਿਸੇ ਸਿੱਖ ਦੀ ਪਰਖ ਹੋ ਰਹੀ ਹੈ ਵੱਟੇ ਦੀ। ਉਹ ਫਿਰ ਸਾਹਿਬਕਾਰ ਦੱਸਣ ਲੱਗੇ, ਸਿੱਖ ਕੋ ਬਾਟ, ਬਾਟ ਦਾ ਅਰਥ ਹੁੰਦਾ ਵੱਟਾ। ਸਾਡੇ ਪਿਆਰੇ ਗੁਰੂ ਕੇ ਸਿੱਖ ਦਾ ਇੱਕ ਬਾਟ ਵੱਟਾ ਜਿਹੜਾ ਨਾ ਉਹ ਪਰਖਿਆ ਜਾ ਰਿਹਾ, ਟੈਸਟ ਕੀਤਾ ਜਾ ਰਿਹਾ। ਪੂਰਾ ਕਰੇ ਇਤੋਂ ਸੋ ਘਾਟ। ਆ ਜਿਹੜੇ 5 ਪੈਸੇ ਸਾਡੇ ਹੱਥ ਵਿੱਚ ਨੇ, ਇਹਨਾਂ ਨੂੰ ਕਦੀ ਖੱਬੇ ਤੇ ਕਦੀ ਸੱਜੇ ਰੱਖ ਕਰਕੇ ਉਹ ਅਸੀਂ ਵਜਨ ਜਿਹੜਾ ਘੱਟ ਹੈ ਉਹ ਪੂਰਾ ਕਰਦੇ ਪਏ ਹਾਂ। ਪਲਰੋ ਦੌਨ ਤਰਾਜੂ ਕੀਰ, ਤੋਲਤ ਹੈ ਇਤ ਉਰ ਨਰ ਫੇਰ। ਜਿਹੜੇ ਪਰਖ ਕਰਨ ਵਾਲੇ ਨੇ ਹਾਕਮ ਤੇ ਬੰਦੇ, ਉਹ ਦੋਵੇਂ ਪੱਲਰੇ ਜਿਹੜੇ ਤਰਾਜੂ, ਜਿਹੜੀ ਤੱਕੜੀ ਹੈ ਨਾ, ਉਹਦੇ ਜਿਹੜੇ ਦੋਵੇਂ ਪਾਸੇ ਨੇ, ਖੱਬਾ ਛਾਬਾ ਤੇ ਸੱਜਾ ਛਾਬਾ। ਅੱਜ ਤਾਂ ਜੱਬ ਹੀ ਨਿਬੜ ਗਿਆ ਛਾਬਿਆਂ ਛੂਬਿਆਂ ਦਾ। ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਲੋਕ ਤੋਲਦੇ ਸਨ, ਤਕੜੀ ਦੇ ਛਾਬੇ। ਪੱਲਰੋ ਦੌਣ ਤਰਾਜੂ ਕੇਰ, ਜਿਹੜੇ 2 ਪੱਲਰੇ ਨੇ, ਪੱਲਰਾ ਛਾਬੇ ਨੂੰ ਕਹਿੰਦੇ ਸਨ, ਤਰਾਜੂ ਤਕੜੀ। ਜਿਹੜੇ ਉਸ ਕੰਡੇ ਦੇ ਤਕੜੀ ਦੇ ਦੋਵੇਂ ਛਾਬੇ ਹਨ, ਤੋਲਤ ਹੈ ਉਤ ਇਤ ਔਰ ਨਰ ਫੇਰ। ਕਦੀ ਉਹ ਵੱਟਾ ਖੱਬੇ ਪਾਸੇ, ਕਦੀ ਸੱਜੇ ਪਾਸੇ ਰੱਖ ਕਰਕੇ ਉਹ ਲੋਕ ਉਹ ਵੱਟਾ ਭਾਈ ਸਾਹਿਬ ਦਾ ਤੋਲਦੇ ਪਏ ਹਨ। ਜਾਤੇ ਹਮ ਦੋਨੋਂ ਕਰ ਧਰੈ, ਸਿੱਖ ਕੋ ਬਾਟ ਸੋ ਪੂਰਾ ਕਰੈ। ਇਸ ਵਾਸਤੇ ਅਸੀਂ ਇਹ ਜਿਹੜੇ ਪੈਸੇ ਨੇ ਕਦੀ ਖੱਬੇ ਕਦੀ ਸੱਜੇ ਦੋਨਾਂ ਹੱਥਾਂ ਵਿੱਚ ਧਰ ਕਰਕੇ ਫੜ ਕਰਕੇ ਤੇ ਆਪਣੇ ਸਿੱਖ ਦਾ ਜਿਹੜਾ ਜਿੰਨਾ ਕੁ ਵਜਨ ਵਿੱਚ ਵੱਟਾ ਘੱਟ ਹੈ ਉਹ ਅਸੀਂ ਪੂਰਾ ਕਰਦੇ ਪਏ ਹਾਂ। ਨਾਮ ਕਟਾਰੂ ਕਾਬਲ ਮਾਹੀ,
ਬਾਟ ਘਾਟ ਅਨਜਾਣੇ ਤਾਹੀ। ਉਸ ਸਾਡੇ ਸਿੱਖ ਦਾ ਨਾਮ ਹੈ ਭਾਈ ਕਟਾਰੂ, ਕਾਬਲ ਦੇ ਵਿੱਚ ਉਹ ਰਹਿੰਦਾ ਹੈ। ਉਹਦਾ ਜਿਹੜਾ ਵੱਟਾ ਨਾ ਉਹ ਥੋੜਾ ਜਿਹਾ ਘੱਟ ਹੈ, ਪਰ ਉਸ ਸਿੱਖ ਨੂੰ ਨਹੀਂ ਪਤਾ। ਅਣਜਾਣੇ ਤਾਹੇ, ਉਹ ਸਿੱਖ ਉਸ ਗੱਲ ਤੋਂ ਅਣਜਾਣ ਹੈ ਕਿ ਮੇਰਾ ਵੱਟਾ ਜਿਹੜਾ ਘੱਟ ਹੈ। ਉਹ ਸਿੱਖ ਹਿਰਦਿਓਂ ਸੱਚਾ ਹੈ, ਪਰ ਅਸਲ ਵਿੱਚ ਵੱਟਾ ਉਹਦਾ ਘੱਟ ਹੈ। ਸਤਿਗੁਰ ਸਿੱਖਨ ਮਹਿ ਕਹਿਓ, ਪੂਰਾ ਬਾਟ ਜੋ ਸੂਬੇ ਲਹਿਓ। ਇੱਧਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਇਹ ਸਾਰੀ ਵਿਥਿਆ ਵਾਰਤਾ ਦੱਸੀ, ਦੂਜੇ ਪਾਸੇ ਸੂਬੇ ਨੇ ਵੇਖਿਆ ਕਿ ਸਿੱਖ ਦਾ ਵੱਟਾ ਬਿਲਕੁਲ ਪੂਰਾ ਹੈ, ਇਹਦੇ 'ਚ ਤਾਂ ਕੋਈ ਘਾਟ ਨਹੀਂ ਹੈ, ਕੋਈ ਵਜਨ ਵਿੱਚ ਫਰਕ ਨਹੀਂ ਹੈ। ਸੂਬੇ ਨੇ ਜਦੋਂ ਵੇਖਿਆ ਕਿ ਉਹ ਵੱਟਾ ਵਜਨ ਵਿੱਚ ਪੂਰਾ ਹੈ। ਭਇਓ ਕਟਾਰੂ ਪਰ ਸੋ ਪ੍ਰਸੰਨ, ਦੁਸ਼ਟ ਚੁਗਲ ਝੂਠਾ ਤੂੰ ਧਨ। ਤੇ ਭਾਈ ਕਟਾਰੂ ਦੇ ਉੱਪਰ ਉਹ ਸੂਬਾ ਹਾਕਮ ਬੜਾ ਪ੍ਰਸੰਨ ਖੁਸ਼ ਹੋਇਆ, ਤੇ ਜਿਹੜਾ ਦੁਸ਼ਟ ਚੁਗਲ ਸੀ ਇਹਨਾਂ ਨੂੰ ਆਖਿਆ ਤੂੰ ਝੂਠਾ ਹੈ। ਦੁਸ਼ਟ ਚੁਗਲ ਝੂਠਾ ਹੋ ਗਿਆ, ਤੂੰ ਧਨ। ਭਾਈ ਕਟਾਰੂ ਤੂੰ ਧਨ ਹੈ ਤੂੰ। ਪਰ ਆ ਜਿਹੜਾ ਦੁਸ਼ਟ ਜਿਹਨੇ ਚੁਗਲੀ ਲਾਈ ਨਾ, ਚੁਗਲ ਖੋਰ, ਇਹ ਝੂਠਾ ਹੋਇਆ ਹੈ। ਕਰਿਓ ਕੋਸ਼ ਪਤ ਸੌਂਪਿਓ ਕੋਸ਼, ਲਖਿਓ ਮਾਤ ਬਰ ਇਹ ਬਿਨ ਦੋਸ਼। ਜੇ ਹਾਕਮ ਨੇ ਭਾਈ ਸਾਹਿਬ ਦਾ ਅਹੁਦਾ ਵਧਾ ਦਿੱਤਾ, ਕਿੱਥੇ ਉਹ ਪਹਿਲਾਂ ਸੌਦਾ ਤੋਲ ਕੇ ਦਿੰਦਾ ਸੀ, ਉਹਨੂੰ ਕੋਸ਼ਪਤ ਬਣਾ ਦਿੱਤਾ। ਕੋਸ਼ਪਤ ਉਹਦਾ ਖਜ਼ਾਨਾ ਮੰਤਰੀ ਬਣਾ ਦਿੱਤਾ, ਖਜ਼ਾਨੇ ਦਾ ਹੀ ਮਾਲਕ ਬਣਾ ਦਿੱਤਾ। ਲਖਿਓ ਮਾਤਬਰ ਇਹੋ ਬਿਨ ਦੋਸ਼, ਸਿੱਖ ਨੂੰ ਬੜਾ ਇਤਬਾਰ ਵਾਲਾ ਜਾਣਿਆ ਕਿ ਤਾਂ ਬੜਾ ਭਰੋਸੇ ਵਾਲਾ ਹੈ, ਇਹ ਤਾਂ ਇਤਬਾਰ ਕਰਨ ਦੇ ਯੋਗ ਹੈ। ਫਿਰ ਬਿਨਾਂ ਦੋਸ਼ ਤੋਂ ਇਹਦੇ ਵਿੱਚ ਗੁਨਾਹ ਕੋਈ ਨਹੀਂ, ਐਬ ਕੋਈ ਨਹੀਂ ਹੈ, ਇਹ ਸੱਚਾ ਸੁੱਚਾ ਸਿੱਖ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖ ਦੀ ਪੱਤ ਰੱਖਦਿਆਂ ਉਹਨੂੰ ਵਡਿਆਈ ਦਵਾਈ। ਇਤਿਕ ਮਾਸ ਬੀਤੇ ਤਬ ਆਇਓ, ਗੁਰ ਦਰਸ਼ਨ ਕਰ ਸੀਸ ਨਿਵਾਇਓ। ਕੁਛ ਮਹੀਨੇ ਲੰਘੇ, ਭਾਈ ਕਟਾਰੂ ਸਾਹਿਬਾਂ ਦੇ ਦਰਸ਼ਨ ਕਰਨ ਆਇਆ, ਤੇ ਸਤਿਗੁਰੂ ਦਾ ਦਰਸ਼ਨ ਕਰਕੇ ਬੜੇ ਅਤਮ ਨਾਲ ਸਾਹਿਬਾਂ ਦੇ ਚਰਨਾਂ ਤੇ ਸਿਰ ਨਵਾਇਆ, ਮੱਥਾ ਟੇਕਿਆ। ਵੇਖ ਮਥਾਨ ਮਹਿ ਭਏ ਸਹਾਈ, ਜਹਾਂ ਨ ਪਹੁੰਚੈ ਬਾਪ ਨ ਮਾਈ। ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਬਿਖਮ ਥਾਂ, ਜਿਹੜਾ ਔਖਾ ਥਾਂ ਸੀ ਨਾ, ਕਠਨ ਥਾਂ ਸੀ, ਜਿੱਥੇ ਕਿਸੇ ਦੀ ਸਹਾਇਤਾ ਨਹੀਂ ਸੀ ਪਹੁੰਚ ਸਕਦੇ, ਬਿਖਮ ਥਾਨ ਮੈਂ ਭੈ ਸਹਾਈ, ਉਸ ਥਾਂ ਤੇ ਮਾਰ ਤੁਸੀਂ ਮਦਦਗਾਰ ਹੋਏ ਜੇ, ਸਹਾਈ ਹੋਏ ਜੇ। ਜਹਾਂ ਨਾ ਪਹੁੰਚੇ ਬਾਪ ਨਾ ਮਾਏ, ਜਿੱਥੇ ਨਾ ਬਾਪ ਸਹਾਇਤਾ ਕਰ ਸਕਦਾ ਸੀ, ਨਾ ਮਾਂ ਕਰ ਸਕਦੀ ਸੀ, ਮਹਾਰਾਜ ਤੁਸੀਂ ਉੱਥੇ ਗਰੀਬ ਸਿੱਖ ਦੀ ਸਹਾਇਤਾ ਕੀਤੀ, ਪੱਤ ਰੱਖੀ ਹੈ। ਬੂਝਿਓ ਸਿੱਖਨ ਕਹਿਓ ਪ੍ਰਸੰਗ, ਜਾਣਿਓ ਸਭਨ ਗੁਰੂ ਨਿਤ ਸੰਗ। ਗੁਰੂ ਕੇ ਸਿੱਖਾਂ ਨੇ ਭਾਈ ਸਾਹਿਬ ਨੂੰ ਸਾਰਾ ਪ੍ਰਸੰਗ ਪੁੱਛਿਆ, ਸਾਰੀ ਵਾਰਤਾ ਸੁਣਾਓ। ਭਾਈ ਕਟਾਰੂ ਨੇ ਸਾਰੀ ਵਿਥਿਆ ਸੁਣਾਈ। ਜਦੋਂ ਸਾਰਿਆਂ ਜਾਣ ਲਿਆ ਗੁਰੂ ਨਿਤ ਸੰਗ, ਸਾਰਿਆਂ ਆਖਿਆ ਕਿ ਗੁਰੂ ਜਿਹੜਾ ਨਾ ਸਦਾ ਹੀ ਅੰਗ ਸੰਗ ਹੈ। ਦੁਕਾਲੰ ਪਰਨਾਸੀ ਦਇਆਲੰ, ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸਦਾ ਨਾਲ ਹੈ। ਸੋ ਜੈ ਜੈ ਪੇਖੋਂ ਤੈ ਹਜੂਰ, ਦੂਰ ਕਤਹੁ ਨਾ ਜਾਈ। ਸਾਰੇ ਸਿੱਖਾਂ ਨੇ ਆਖਿਆ ਕਿ ਗੁਰੂ ਤਾਂ ਸਦਾ ਹੀ ਅੰਗ ਸੰਗ ਹੈ, ਬਸ ਗੁਰੂ ਨੂੰ ਪਿਆਰ ਨਾਲ ਯਾਦ ਕਰਨ ਦੀ, ਗੁਰੂ ਦੇ ਚਰਨਾਂ ਤੇ ਅਰਦਾਸ ਕਰਨ ਦੀ, ਡਿੱਗਣ ਦੀ ਲੋੜ ਹੈ। ਜਿਵ ਪੈਸੇ ਕਰ ਬਾਈ ਦਾਈ, ਸਤਿਗੁਰ ਧਾਰੇ ਸਭਨ ਬਤਾਈ। ਇੱਧਰ ਜਿਵੇਂ ਸਤਿਗੁਰੂ ਅਰਜਨ ਦੇ ਪਾਤਸ਼ਾਹ ਨੇ ਉਹ 5 ਪੈਸੇ ਕਦੀ ਸੱਜੇ ਹੱਥ ਤੇ ਕਦੀ ਖੱਬੇ ਹੱਥ ਤੇ ਰੱਖ ਕਰਕੇ ਹੇਠਾਂ ਉੱਪਰ ਹੱਥ ਕੀਤਾ ਸੀ, ਉਹ ਸਾਰੀ ਵਾਰਤਾ ਸਿੱਖਾਂ ਨੇ ਭਾਈ ਕਟਾਰੂ ਜੀ ਨੂੰ ਦੱਸੀ। ਉਹ ਸਾਰੀ ਗੱਲਬਾਤ ਸਤਿਗੁਰੂ ਧਾਰੇ ਸਭਨ ਬਤਾਏ, ਉਹ ਸਾਰਿਆਂ ਦੱਸਿਆ ਕਿ ਮਹਾਰਾਜ ਨੇ ਇੱਧਰ ਇਸ ਤਰ੍ਹਾਂ ਕੌਤਕ ਕੀਤਾ ਸੀ। ਜਸ ਬਿਸਦ ਗੁਰ ਪਸਰਿਓ ਸਾਰੀ, ਸਿੱਖ ਹੋਤ ਹੈ ਆਨ ਹਜ਼ਾਰੀ। ਸਤਿਗੁਰੂ ਸੱਚੇ ਪਾਤਸ਼ਾਹ ਦਾ ਬਿਸਦ ਜਸ ਜਿਹੜਾ ਸੀ ਨਾ, ਸਾਰੇ ਥਾਵਾਂ ਤੇ ਫੈਲ ਗਿਆ। ਬਿਸਦ ਹੁੰਦਾ ਅਖਰੀ ਅਰਥ ਹੁੰਦਾ ਚਿੱਟਾ, ਭਾਵ ਅਰਥ ਹੁੰਦਾ ਉਜਲ, ਉੱਤਮ, ਮਹਾਨ। ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਸੋ ਜਸ, ਸ੍ਰੇਟ ਜਸ ਚਿੱਟਾ ਹੈ, ਮਾਲਣੀ ਦੇ ਫੁੱਲਾਂ ਦੀ ਤਰ੍ਹਾਂ, ਕਲੀਆਂ ਦੇ ਫੁੱਲਾਂ ਵਰਗਾ, ਚੰਦਰਮੇ ਦੀ ਚਾਨਣੀ ਦੀ ਤਰ੍ਹਾਂ ਜਿਹੜਾ ਐਸਾ ਸੋਹਣਾ ਜਸ ਹੈ, ਉਜਲ ਜਸ ਹੈ, ਪਸਰਿਓ ਸਾਰੇ ਥਾਵਾਂ ਤੇ ਫੈਲ ਗਿਆ।
ਸਿੱਖ ਹੋਤ ਹੈ ਆਨ ਹਜ਼ਾਰੇ। ਹਜ਼ਾਰਾਂ ਦੀ ਤਦਾਦ 'ਚ ਨਵੇਂ ਨਵੇਂ ਲੋਕ ਆ ਕਰਕੇ ਸਿੱਖ ਬਣ ਰਹੇ ਨੇ, ਸਿੱਖ ਧਰਮ ਨੂੰ ਧਾਰਨ ਕਰ ਰਹੇ ਨੇ, ਸਿੱਖੀ ਕਮਾ ਰਹੇ ਨੇ, ਸਿੱਖੀ ਵਿੱਚ ਸ਼ਾਮਲ ਹੋ ਰਹੇ ਨੇ। ਇਸ ਪ੍ਰਸੰਗ ਦਾ ਭਾਵ ਇਹ ਹੈ ਕਿ ਨੀਅਤ ਜਦੋਂ ਰਾਸ ਹੋਵੇ, ਮਨ ਸੱਚਾ ਹੋਵੇ ਤੇ ਅਣਜਾਣੇ ਵਿੱਚ ਕੋਈ ਭੁੱਲ ਹੋਈ ਹੋਵੇ ਤਾਂ ਸਤਿਗੁਰੂ ਪਾਤਸ਼ਾਹ ਦਾ ਬਿਰਦ ਸਦਾ ਹੀ ਬਖਸ਼ੰਦ ਹੈ। ਗੁਰੂ ਸਾਹਿਬ ਜੀ ਸਹਾਈ ਹੁੰਦੇ ਨੇ। ਇਸ ਪ੍ਰਸੰਗ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਸਤਿਗੁਰੂ ਦਾ ਬਿਰਦ ਹੈ। ਜਦੋਂ ਸਿੱਖ ਕੋਲੋਂ ਕਿਤੇ ਜਾਣੇ ਅਣਜਾਣੇ ਕੋਈ ਭੁੱਲ ਚੁੱਕ ਹੋ ਜਾਂਦੀ ਹੈ ਤਾਂ ਗੁਰੂ ਕਾ ਸਿੱਖ ਜਦੋਂ ਅੰਤਰਾਤਮੇ ਤੋਂ, ਮਨ ਤੋਂ, ਹਿਰਦੇ ਤੋਂ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰਦਾ, ਮਹਾਰਾਜ ਜੋ ਵੀ ਭੁੱਲ ਹੋ ਗਈ ਮੈਨੂੰ ਬਖਸ਼ ਲਓ, ਜੋ ਜਾਣੇ ਅਣਜਾਣੇ ਹੋ ਗਈ ਹੈ ਤੇ ਸਤਿਗੁਰੂ ਦਾ ਬਿਰਦ ਹੈ। ਜੋ ਸਰਨ ਆਵੇ ਤੇ ਸਕੰਠ ਲਾਵੇ, ਉਹ ਬਿਰਦ ਸੁਆਮੀ ਸੰਦਾ। ਉਹਦਾ ਮੁੱਢ ਕਦੀਮ ਦਾ ਸੁਭਾਅ ਹੈ। ਜਿਹੜਾ ਉਹਦੀ ਸ਼ਰਨ 'ਚ ਡਿੱਗ ਪਵੇ ਸਤਿਗੁਰੂ ਨੂੰ ਚੁੱਕ ਕੇ ਗੱਲ ਨਾਲ ਲਾ ਲੈਂਦੇ ਹਨ, ਉਹਨੂੰ ਪਿਆਰ ਬਖਸ਼ਦੇ, ਮਾਨ ਸਨਮਾਨ ਤੇ ਇੱਜ਼ਤ ਬਖਸ਼ ਕਰਕੇ ਨਿਵਾਜ ਦਿੰਦੇ ਹਨ। ਇੱਥੇ ਪ੍ਰਸੰਗ ਦੀ ਸਮਾਪਤੀ ਹੋਈ ਹੈ। ਨਵੇਂ ਪ੍ਰਸੰਗ ਦੇ ਅੰਦਰ ਹੋਰ ਗੁਰੂ ਕੇ ਸਿੱਖ ਆ ਰਹੇ ਨੇ ਸਾਹਿਬਾਂ ਦੀ ਚਰਨ ਛਰਨ ਵਿੱਚ। ਜਿਵੇਂ ਉਹਨਾਂ ਸਿੱਖਾਂ ਨੇ ਸਾਹਿਬਾਂ ਦੇ ਦਰਸ਼ਨ ਕਰਦੇ ਉਪਦੇਸ਼ ਦੀ ਜਾਚਨਾ ਕੀਤੀ, ਉਪਦੇਸ਼ ਮੰਗਿਆ, ਗੁਰੂ ਸਾਹਿਬ ਜੀ ਕਿਰਪਾ ਕਰੋ ਉਪਦੇਸ਼ ਦਿਓ। ਸਾਹਿਬਾਂ ਨੇ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਭਾਈ ਸਾਹਿਬ ਜੀ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ। ਮਹਾਨ ਭਗਤ ਗੁਰਮੁਖ ਪਿਆਰੇ ਭਗਤ ਧੰਨ ਧੰਨ ਬਾਬਾ ਰਵਿਦਾਸ ਸਾਹਿਬ ਜੀ ਦੇ ਜਨਮ ਆਗਮਨ ਪੁਰਬ ਦੀ ਆਸ ਸਰਬੱਤ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਜਿਮ ਪੈਸੇ ਕਰ ਪਾਈ ਦਾਈ, ਸਤਿਗੁਰ ਧਾਰੇ ਸਭਨ ਬਤਾਏ। ਸੁਜਸ ਬਿਸਦ ਗੁਰ ਪਸਰਿਓ ਸਾਰੇ, ਸਿੱਖ ਹੋਤ ਹੈ ਆਨ ਹਜ਼ਾਰੇ। ਸਰਬ ਮੈਂ
ਨਿਦਾਨ। ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਾਰੇ, ਕੀ ਹੋਵਨ ਹਾਰ। ਹੈ ਸੰਤ ਕੈ ਸਦਾ ਸੰਗ ਨਿਦਾਰਾ। ਆਧਾਰ ਹੇ ਠਾਕੁਰ ਹਉ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ। ਰਾਖੋ ਹੀਐ ਪਰੋਈ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਾਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨਹਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾ